100 ਸਾਲ ਮੁਕੰਮਲ ਹੋਣ ਤੇ ਆਪਣੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਜਦੋਂ ਜਥਾ ਐਨ ਤਿਆਰੀ ਵਿੱਚ ਸੀ ਜਾਣ ਦੇ, ਤਾਂ ਉਸ ਮੌਕੇ ਤੇ ਕੇਂਦਰ ਦਾ ਜਿਹੜਾ ਇੱਕ ਫੈਸਲਾ ਆਇਆ, ਉਸ ਫੈਸਲੇ ਨੇ ਉਹਨਾਂ ਨੂੰ ਰੋਕ ਦਿੱਤਾ। बड़ी हासोहीनी दलील दे के कहा गया कि जी पाकिस्तान विच जिहड़ा श्रद्धालुआं दा जत्था जाएगा उन्हां दी सिक्योरिटी दी समस्या है ते कोरोना दी समस्या करके असीं ये पाबंदी ला रहे हैं। उस इमोशन ਨੂੰ ਉਹ ਬਿਲਕੁਲ ਗਿਣਤੀ 'ਚ ਨਹੀਂ ਰੱਖਦਾ ਭਾਰਤ ਦਾ ਜਿਹੜਾ ਹੁਕਮਰਾਨ ਹੈ, ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ। ਇੱਕ ਤਾਂ ਮੇਰਾ ਇਹ ਕਹਿਣਾ ਹੈ ਕਿ ਬਈ ਤੁਸੀਂ ਸਿੰਗਲ ਟਰੈਕ ਨਾ ਚੱਲੋ। ਭਾਰਤ ਕੀ ਕਰ ਰਿਹਾ ਉਹ ਵੀ ਦੇਖ ਲਓ। ਤੁਸੀਂ ਐਵੇਂ ਜ਼ਬਰਦਸਤੀ ਭਾਰਤ ਦਾ ਇਤਿਹਾਸ ਕਰੀ ਜਾ ਰਹੇ ਹੋ। ਬਈ ਆਪਾਂ ਇਸ ਚੀਜ਼ ਨੂੰ ਗ੍ਰੈਵਿਟੀ ਸਮਝੀਏ ਕਿ ਬਈ ਜ਼ਬਰਦਸਤੀ ਭਾਰਤ 'ਚ ਨਾ ਆਪਾਂ ਵੜੀ ਜਾਈਏ। ਭਾਰਤ ਵੀ ਸਾਨੂੰ ਕਿੰਨਾ ਕੁ ਪਲੋਸ ਰਿਹਾ ਉਹ ਸਾਨੂੰ ਸਭ ਨੂੰ ਦਿਖ ਰਿਹਾ ਹੈ। ਅਨਫੋਰਚੂਨੇਟ ਜਿਹੜਾ ਰੋਕਿਆ ਗਿਆ ਇਹ ਕਹਿ ਕੇ ਕਿ ਉੱਥੇ ਕੋਰੋਨਾ ਦਾ ਡਰ ਹੈ, ਉੱਥੇ ਤਾਂ ਸੇਫਟੀ ਸਿਕਿਉਰਿਟੀ ਦਾ ਇਸ਼ੂ ਹੈ। ਮੇਰਾ ਇੱਕ ਸਵਾਲ ਹੈ ਇਸ ਮੰਚ ਤੋਂ ਕਿ ਜਿੱਥੇ ਆਪਣੀ ਤਾਕਤ ਵਾਸਤੇ, ਜਿੱਥੇ ਆਪਣਾ ਵਿਮਸ ਐਂਡ ਫੈਂਸੀਜ਼ ਦੇ ਅੰਡਰ ਗੁਜ਼ਾਰੇ ਕੀਤੇ ਜਾਂਦੇ ਨੇ, ਉੱਥੇ ਬੰਦਾ ਫਿਰਦਾ ਹੈ, ਉੱਥੇ ਕੋਈ ਸੋਸ਼ਲ ਡਿਸਟੈਂਸ ਮੇਨਟੇਨ ਨਹੀਂ ਕੀਤਾ ਜਾਂਦਾ। ਕਿ ਇਸ ਨੂੰ ਅਸੀਂ ਇਹ ਸਮਝੀਏ ਕਿ ਜਿਹੜਾ ਸਾਡਾ ਲੋਕਤੰਤਰ ਹੈ ਇਹ ਦੇ ਮੇ ਡੂ ਔਰ ਦੇ ਮੇ ਨੋਟ, ਇਹ ਕੁਝ ਇੱਕ ਲੋਕਾਂ ਦੀ ਅਗਰ ਮਨਮਾਨੀ ਤੇ ਚੱਲ ਰਿਹਾ ਹੈ ਤਾਂ ਜਿੱਥੇ ਮੈਂ ਤੁਹਾਨੂੰ ਦੱਸਦੀ ਹਾਂ ਜਿੱਥੇ ਡੈਲੀਬਰੇਸ਼ਨ ਨਹੀਂ ਹੁੰਦੀ ਉੱਥੇ ਐਂਗਰ ਹੁੰਦਾ ਹੈ, ਜਿੱਥੇ ਐਂਗਰ ਹੁੰਦਾ ਹੈ ਉੱਥੇ ਇੰਸਟੀਟਿਊਸ਼ਨ ਦਾ ਨਾਸ਼ ਹੁੰਦਾ ਹੈ। ਇਹ ਹਮੇਸ਼ਾ ਹੀ 47 ਤੋਂ ਲੈ ਕੇ ਅੱਜ ਤੱਕ ਲਗਾਤਾਰ ਜਿੰਨੀ ਵਾਰ ਵੀ ਪਾਕਿਸਤਾਨ 'ਚ ਜਥੇ ਗਏ ਨੇ, ਭਾਵੇਂ ਪੰਜਾ ਸਾਹਿਬ ਗਏ, ਭਾਵੇਂ ਗੁਰੂ ਕੇ ਬਾਗ ਗਏ, ਨਨਕਾਣਾ ਸਾਹਿਬ ਗਏ, ਲਾਹੌਰ ਗਏ, ਕਿਤੇ ਵੀ ਅੱਜ ਤੱਕ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਜਥੇ ਦੇ ਉੱਤੇ ਕਿ ਜਿਹਦੇ ਨਾਲ ਇਸ ਕਿਸਮ ਦਾ ਸ਼ੰਕਾ ਭਾਰਤ ਸਰਕਾਰ ਨੇ ਖੜਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਬੀਬੀ ਜਗੀਰ ਕੌਰ ਨੂੰ ਚਿੱਠੀ ਪਾਈ ਸੀ ਭਾਰਤ ਦੇ ਹੁਕਮਰਾਨਾਂ ਨੇ ਕਿ ਬਈ ਜੱਥਾ ਜਿਹੜਾ ਰੋਕ ਦਿੱਤਾ ਜਾਵੇ, ਤੇ ਬੀਬੀ ਜਗੀਰ ਕੌਰ ਨੇ ਜੱਥਾ ਰੋਕ ਦਿੱਤਾ ਸੀ। ਇੱਕ ਜਿਸ ਤਰ੍ਹਾਂ ਦਾ ਮਾਹੌਲ ਬੇਭਰੋਸਗੀ ਦਾ ਸਾਡੇ ਆਲਮ ਚੱਲ ਰਿਹਾ ਹੈਗਾ ਮੁਲਕ ਦੇ ਵਿੱਚ, ਉਸ ਨੂੰ ਇੱਕ ਨਵੀਂ ਦਿਸ਼ਾ ਦੇਣ ਦਾ, ਇੱਕ ਨਵੀਂ ਰਾਹ ਦੇਣ ਦਾ ਜਿਹੜਾ ਜਨਰੇਸ਼ਨ ਨੂੰ ਇੱਕ ਸੁਨੇਹਾ ਮਿਲ ਸਕਦਾ, ਅਜਿਹਾ ਸਥਾਨਾਂ ਤੇ ਜਾਣਾ ਕੇਵਲ ਅਸੀਂ ਇੱਕ ਸ਼ਰਧਾਵਾਨ ਹੀ ਨਹੀਂ, ਹਰ ਮਨੁੱਖ ਨੂੰ, ਹਰ ਉਸ ਹਿਰਦੇ ਨੂੰ ਉੱਥੇ ਜਾ ਕੇ ਸਿਰ ਝੁਕਾਉਣਾ ਚਾਹੀਦਾ ਜਿਹਦੇ ਵਿੱਚ ਇਨਸਾਨੀਅਤ ਹੈ, ਜਿਹਨੂੰ ਇਨਸਾਨੀਅਤ ਵਿੱਚ ਵਿਸ਼ਵਾਸ ਹੈ। ਮਿਸਿਜ਼ ਇੰਦਰਾ ਗਾਂਧੀ ਨੇ ਇੱਕ ਸਰਕੂਲਰ ਜਾਰੀ ਕਰਕੇ 1974 ਵਿੱਚ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਜੱਥੇ ਤੇ ਪਾਬੰਦੀ ਲਾਈ ਸੀ। ਗੁਰਦੁਆਰੇ ਸਾਹਿਬਾਨ ਤੇ ਸੀਲਿੰਗ ਐਕਟ ਲਾ ਦਿੱਤਾ ਸੀ। ਸਿੱਖਾਂ ਦੀ ਫੌਜ ਵਿੱਚ ਭਰਤੀ ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਸ ਕਿਸਮ ਦੀਆਂ 4 ਗੱਲਾਂ ਸਾਹਮਣੇ ਰੱਖ ਕੇ ਮਿਸਿਜ਼ ਇੰਦਰਾ ਗਾਂਧੀ ਨੇ ਕੀਤੀਆਂ ਸਨ। ਜਿਹੜੀ ਪੰਥ ਦੀ ਨੁਮਾਇੰਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ, ਉਹਦੇ ਪ੍ਰਧਾਨ ਦਾ ਕੋਈ ਪ੍ਰਤੀਕਰਮ ਨਹੀਂ ਆਇਆ ਅੱਜ ਤੱਕ ਕਿ ਵੀ ਉਹਨੇ ਕੋਈ ਰਿਐਕਸ਼ਨ ਕੀਤਾ ਹੋਵੇ ਕਿ ਵੀ ਇਹ ਚੰਗਾ ਕੀਤਾ ਮਾੜਾ ਕੀਤਾ। ਉਹਦਾ ਚੁੱਪ ਵੱਟੀ ਬੈਠਾ। ਸਾਡੇ ਮੁਲਕ ਦੀ ਇਲੈਕਟਡ ਗਵਰਨਮੈਂਟ ਜਿਹੜੀ ਹੈ, ਭਾਵੇਂ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਤਾਂ ਮੈਜੋਰਿਟੀ ਇਜ਼ ਅਥਾਰਟੀ, ਅਸੀਂ ਜਦੋਂ ਮੈਜੋਰਿਟੀ 'ਚ ਹੈਗੇ ਕੁਝ ਵੀ ਇਸ਼ੂ ਅਸੀਂ ਟੇਕ ਅਪ ਕਰ ਸਕਦੇ, ਕਿਸੇ ਨੂੰ ਰੋਕ ਸਕਦੇ, ਕਿਸੇ ਨੂੰ ਥੱਕ ਸਕਦੇ ਹਾਂ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। ਸਾਕਾ ਨਨਕਾਣਾ ਸਾਹਿਬ 100 ਸਾਲ ਪਹਿਲਾਂ ਇੱਕ ਭ੍ਰਿਸ਼ਟ ਤੇ ਦੁਰਾਚਾਰੀ ਮਹੰਤ ਨਾਰਾਇਣ ਦਾਸ ਦੇ ਕਬਜ਼ੇ ਚੋਂ ਨਨਕਾਣਾ ਸਾਹਿਬ ਨੂੰ ਮੁਕਤ ਕਰਵਾਉਣ ਦੇ ਲਈ ਸਿੱਖਾਂ ਨੇ ਜਿਸ ਸਿਦਕ ਦੇ ਲਈ, ਭਰੋਸੇਯੋਗਤਾ ਅਤੇ ਇੱਕ ਅਥਾਹ ਵਿਸ਼ਵਾਸ ਦੇ ਨਾਲ ਜਿਹੜੀਆਂ ਕੁਰਬਾਨੀਆਂ ਦਿੱਤੀਆਂ, ਉਸ ਦੀ ਮਿਸਾਲ ਦੇਸ਼ ਦੇ ਇਤਿਹਾਸ ਵਿੱਚ ਕਿਧਰੇ ਵੀ ਨਹੀਂ ਮਿਲ ਸਕਦੀ। ਉਂਝ ਜੇ ਆਪਾਂ ਗੱਲ ਕਰੀਏ ਪਿਛਲੇ 1000 ਸਾਲ ਦੇ ਇਤਿਹਾਸ ਤੇ ਨਜ਼ਰ ਮਾਰੀਏ, ਸਿੱਖ ਗੁਰੂਆਂ, ਸੂਫੀ ਸੰਤਾਂ, ਭਗਤੀ ਲਹਿਰ, ਇਸ ਖਿੱਤੇ ਦੇ ਲੋਕਾਂ ਨੂੰ ਇੱਕ ਵੱਖਰੀ ਪਹਿਚਾਣ, ਨਿਵੇਕਲੀ ਪਹਿਚਾਣ ਬਖਸ਼ੀ, ਜਿਹੜੀ ਸਾਂਝੀਵਾਲਤਾ ਅਤੇ ਮਾਨਵਤਾ ਦੀ ਪਹਿਚਾਣ ਹੈ। ਉਸ ਤੋਂ ਬਾਅਦ ਚਾਹੇ ਆਜ਼ਾਦੀ ਦਾ ਅੰਦੋਲਨ ਹੋਵੇ, ਚਾਹੇ ਕਿਸਾਨੀ ਦਾ ਅੰਦੋਲਨ ਹੋਵੇ, ਉਸ ਦੇ ਪਿਛੋਕੜ 'ਚ ਪੰਜਾਬ ਦੇ ਵਿਰਸੇ ਦੀ, ਵਿਰਾਸਤ ਦੀ ਜਿਹੜੀ ਝਲਕ ਹੈ ਉਹ ਨਜ਼ਰ ਆਉਣੀ ਸੁਭਾਵਿਕ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਐਡੇ ਵੱਡੇ ਵਿਰਸੇ ਨਾਲ ਸੰਬੰਧਿਤ ਬਹੁਤ ਵੱਡੀ ਇਤਿਹਾਸਕ ਘਟਨਾ
100 ਸਾਲ ਮੁਕੰਮਲ ਕਰਨ ਤੇ ਜਦੋਂ ਸਿੱਖ ਭਾਈਚਾਰੇ ਦਾ ਜਥਾ ਆਪਣੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਨਨਕਾਣਾ ਸਾਹਿਬ ਜਾ ਰਿਹਾ ਸੀ ਤਾਂ ਐਨ ਮੌਕੇ ਤੇ ਆ ਕੇ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਰੋਕਿਆ ਗਿਆ। ਇਸ ਮਾਮਲੇ ਤੇ ਸਵਾਲ ਉੱਠਣੇ ਸੁਭਾਵਿਕ ਹੈ। ਮੇਰੇ ਨਾਲ ਇਸ ਮੁੱਦੇ ਦੇ ਪੈਨਲ ਤੇ ਸਾਡੇ ਇਸ ਖਿੱਤੇ ਦੀਆਂ ਜਾਣੀਆਂ ਪਹਿਚਾਣੀਆਂ ਹਸਤੀਆਂ ਜਥੇਦਾਰ ਕਰਨੈਲ ਸਿੰਘ ਪੰਜੌਲੀ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਨੇ, ਅਮਰਿੰਦਰ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ, ਮਦਨਜੀਤ ਕੌਰ ਸਹੋਤਾ, ਸਿੱਖ ਵਿਦਵਾਨ। ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਸਾਰਿਆਂ ਵੱਲੋਂ ਪੈਨਲ ਤੇ ਆਉਣ ਲਈ, ਚੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਪੰਜੌਲੀ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਨਨਕਾਣਾ ਸਾਹਿਬ 100 ਸਾਲ ਮੁਕੰਮਲ ਹੋਣ ਤੇ ਆਪਣੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਜਦੋਂ ਜਥਾ ਐਨ ਤਿਆਰੀ ਵਿੱਚ ਸੀ ਜਾਣ ਦੇ, ਤਾਂ ਉਸ ਮੌਕੇ ਤੇ ਕੇਂਦਰ ਦਾ ਜਿਹੜਾ ਇੱਕ ਫੈਸਲਾ ਆਇਆ, ਉਸ ਫੈਸਲੇ ਨੇ ਉਹਨਾਂ ਨੂੰ ਰੋਕ ਦਿੱਤਾ। ਇਸ ਵਤੀਰੇ ਨੂੰ ਐਡਾ ਵੱਡਾ ਇੱਕ ਮੌਕਾ ਹੋਵੇ ਜੋ ਕੇਂਦਰ ਨੇ ਵਤੀਰਾ ਅਪਣਾਇਆ, ਪੰਜੌਲੀ ਜੀ ਕਿਵੇਂ ਦੇਖਦੇ ਹੋ ਇਸ ਨੂੰ? ਸਰਦਾਰ ਜਗਤਾਰ ਸਿੰਘ ਜੀ, ਪਹਿਲੀ ਗੱਲ ਤਾਂ ਇਹ ਕਿ ਇਹ ਜਿਹੜਾ ਸਾਕਾ ਸੀ ਇਹ ਭਾਰਤ ਦੇ ਇਤਿਹਾਸ ਦੇ ਅੰਦਰ ਬਹੁਤ ਹੀ ਦਰਦਨਾਕ ਸੀ, ਪਰ ਇੱਕ ਗੱਲ ਦੀ ਦੁਨੀਆ ਭਰ ਵਿੱਚ ਕਿਤੇ ਵੀ ਇਹੋ ਜਿਹੀ ਮਿਸਾਲ ਨਹੀਂ ਮਿਲਦੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਤੋਂ ਬਾਅਦ ਜਿਸ ਸਿਦਕ ਨਾਲ, ਜਿਸ ਸਹਿਜਤਾ ਨਾਲ ਭਾਈ ਦਲੀਪ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜੀ ਨੂੰ ਇੱਕ ਕੌਮੀ ਵਿਚਾਰੀ ਮਹੰਤ ਕੋਲੋਂ ਆਜ਼ਾਦ ਕਰਵਾਉਣ ਦੇ ਲਈ ਜੋ ਸ਼ਹਾਦਤ ਦਿੱਤੀ ਹੈ, ਜੋ ਕੁਰਬਾਨੀ ਕੀਤੀ ਹੈ, ਉਹਨੇ ਪੰਥ ਦੇ ਅੰਦਰ ਤੇ ਦੇਸ਼ ਦੇ ਬਾਗੀ ਲੋਕਾਂ ਦੇ ਅੰਦਰ ਸ਼ਾਂਤਮਈ ਤਰੀਕਾ ਕੁਰਬਾਨੀ ਦੇਣ ਦਾ ਜਿਹੜਾ ਜਜ਼ਬਾ ਸੀ ਉਹਨੂੰ ਹੋਰ ਪ੍ਰਬਲ ਕੀਤਾ ਜੀ। ਦੂਸਰੀ ਗੱਲ, 100 ਸਾਲ ਬੀਤ ਜਾਣ ਤੋਂ ਬਾਅਦ ਜਦੋਂ ਇਹਦੀ ਵਰ੍ਹੇਗੰਢ ਮਨਾਉਣ ਲਈ ਪਾਕਿਸਤਾਨ ਗਵਰਨਮੈਂਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸਿੱਖ ਸੰਗਤਾਂ ਨੂੰ ਡੀਜੇ ਅਲਾਟ ਕਰ ਦਿੱਤੇ ਗਏ ਤੇ ਜਦੋਂ ਬਾਘੇ ਬਾਰਡਰ ਦੇ ਰਾਹੀਂ ਐਂਟਰੀ ਕਰਨ ਦਾ ਸਮਾਂ ਆਇਆ ਤਾਂ ਭਾਰਤ ਸਰਕਾਰ ਨੇ ਐਨ ਮੌਕੇ ਉੱਤੇ ਆ ਕੇ ਇਹ ਪਾਬੰਦੀ ਲਗਾ ਦਿੱਤੀ। ਬੜੀ ਹਾਸੋਹੀਣੀ ਦਲੀਲ ਦੇ ਕੇ ਕਿਹਾ ਗਿਆ ਕਿ ਜੀ ਪਾਕਿਸਤਾਨ ਵਿੱਚ ਜਿਹੜਾ ਸ਼ਰਧਾਲੂਆਂ ਦਾ ਜਥਾ ਜਾਏਗਾ ਉਹਨਾਂ ਦੀ ਸਿਕਿਉਰਿਟੀ ਦੀ ਸਮੱਸਿਆ ਹੈ ਤੇ ਕਰੋਨਾ ਦੀ ਸਮੱਸਿਆ ਕਰਕੇ ਅਸੀਂ ਇਹ ਪਾਬੰਦੀ ਲਾ ਰਹੇ ਹਾਂ। ਪਹਿਲੀ ਗੱਲ ਤਾਂ ਇਹ ਹੈ, ਜਿੱਥੋਂ ਤੱਕ ਸਿਕਿਉਰਿਟੀ ਦਾ ਮਸਲਾ ਹੈ, ਕਿਸੇ ਵੀ ਦੇਸ਼ ਵਿੱਚ ਕੋਈ ਵਿਅਕਤੀ ਜਿੱਥੇ ਜਾਂਦਾ ਹੈ ਉਹਦੀ ਸੁਰੱਖਿਆ ਉਸ ਦੇਸ਼ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ। ਤੇ ਹਮੇਸ਼ਾ ਹੀ 47 ਤੋਂ ਲੈ ਕੇ ਅੱਜ ਤੱਕ ਲਗਾਤਾਰ ਜਿੰਨੀ ਵਾਰ ਵੀ ਪਾਕਿਸਤਾਨ 'ਚ ਜਥੇ ਗਏ ਨੇ, ਭਾਵੇਂ ਪੰਜਾ ਸਾਹਿਬ ਗਏ, ਭਾਵੇਂ ਗੁਰੂ ਕੇ ਬਾਗ ਗਏ, ਨਨਕਾਣਾ ਸਾਹਿਬ ਗਏ, ਲਾਹੌਰ ਗਏ, ਕਿਤੇ ਵੀ ਅੱਜ ਤੱਕ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਜਥੇ ਦੇ ਉੱਤੇ ਕਿ ਜਿਹਦੇ ਨਾਲ ਇਸ ਕਿਸਮ ਦਾ ਸ਼ੰਕਾ ਭਾਰਤ ਸਰਕਾਰ ਨੇ ਖੜਾ ਕੀਤਾ। ਦੂਸਰੀ ਗੱਲ, ਹਿੰਦੁਸਤਾਨ ਦੀਆਂ ਹਰ ਰੋਜ਼ ਭਾਰਤ ਦੀ ਧਰਤੀ ਦੇ ਉੱਤੇ ਬਹੁਤ ਵੱਡੀਆਂ ਵੱਡੀਆਂ ਰੈਲੀਆਂ ਬੀਜੇਪੀ ਸਰਕਾਰ ਖੁਦ ਕਰ ਰਹੀ ਹੈ। ਜਿੱਥੇ ਜਿੱਥੇ ਚੋਣਾਂ ਹੋ ਰਹੀਆਂ ਉਹਨਾਂ ਚੋਣਾਂ ਦੇ ਵਿੱਚ ਲਗਾਤਾਰ ਲੱਖ ਲੱਖ ਬੰਦਾ ਇਕੱਠਾ ਕਰ ਰਹੇ ਨੇ ਤੇ ਉਸ ਟਾਈਮ ਕਰੋਨਾ ਕਿੱਥੇ ਚਲਾ ਜਾਂਦਾ। ਮੈਂ ਇਹ ਸਮਝਦਾ ਕਿ ਪਾਕਿਸਤਾਨ ਤੇ ਸਿੱਖਾਂ ਦੇ ਜਿਹੜੇ ਸਬੰਧ ਨੇ ਜਾਂ ਮੁਸਲਮਾਨ ਤੇ ਸਿੱਖ ਦਾ ਜਿਹੜਾ ਸਬੰਧ ਹੈ ਉਹ ਪਰਵਾਹ ਨਹੀਂ ਹੋ ਰਿਹਾ ਹਿੰਦੁਸਤਾਨ ਦੇ ਬਹੁ ਗਿਣਤੀ ਹਿੰਦੂ ਨੂੰ, ਜੋ ਕਿ ਬਹੁਤ ਹੀ ਮਾੜੀ ਤੇ ਦੁਖਦਾਇਕ ਗੱਲ ਹੈ। ਦੂਸਰੀ ਗੱਲ, ਮੈਂ ਆਪ ਜੀ ਦੇ ਰਾਹੀਂ ਇੱਕ ਹੋਰ ਕਹਿਣੀ ਚਾਹੁੰਦਾ ਕਿ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਹੋਇਆ। ਮਿਸਿਜ਼ ਇੰਦਰਾ ਗਾਂਧੀ ਦੇਸ਼ ਦੀ ਪ੍ਰਾਈਮ ਮਿਨਿਸਟਰ ਸੀ ਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਸ਼੍ਰੋਮਣੀ ਕਮੇਟੀ ਦੇ ਪ੍ਰੈਜ਼ੀਡੈਂਟ ਸਨ। ਉਦੋਂ ਵੀ ਮਿਸਿਜ਼ ਇੰਦਰਾ ਗਾਂਧੀ ਨੇ ਇੱਕ ਸਰਕੂਲਰ ਜਾਰੀ ਕਰਕੇ 1974 ਵਿੱਚ
ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਤੇ ਪਾਬੰਦੀ ਲਾਈ ਸੀ। ਗੁਰਦੁਆਰੇ ਸਾਹਿਬਾਨ ਤੇ ਸੀਲਿੰਗ ਐਕਟ ਲਾ ਦਿੱਤਾ ਸੀ। ਸਿੱਖਾਂ ਦੀ ਫੌਜ ਵਿੱਚ ਭਰਤੀ ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਸ ਕਿਸਮ ਦੀਆਂ 4 ਗੱਲਾਂ ਸਾਹਮਣੇ ਰੱਖ ਕੇ ਮਿਸਿਜ ਇੰਦਰਾ ਗਾਂਧੀ ਨੇ ਕੀਤੀਆਂ ਸਨ। ਲੇਕਿਨ ਟੌੜਾ ਸਾਹਿਬ ਨੇ ਉਸ ਟਾਈਮ ਇੱਕ ਵਰਲਡ ਸਿੱਖ ਕਨਵੈਨਸ਼ਨ ਸੱਦੀ ਗੁਰਦੁਆਰਾ ਮੰਜੀ ਸਾਹਿਬ ਦਰਬਾਰ ਸਾਹਿਬ ਦੇ ਵਿੱਚ, ਤੇ ਉਹਨਾਂ ਨੇ ਭਾਰਤ ਸਰਕਾਰ ਦੇ ਇਸ ਰਵੱਈਏ ਦਾ ਵਿਰੋਧ ਕਰਦਿਆਂ ਚੈਲੰਜ ਕਰਕੇ ਕਿਹਾ ਸੀ ਕਿ ਜੇ ਸਰਕਾਰ ਨੇ ਆਪਣਾ ਫੈਸਲਾ 1 ਮਹੀਨੇ ਦੇ ਅੰਦਰ ਅੰਦਰ ਵਾਪਸ ਨਾ ਲਿਆ ਤਾਂ ਮੈਂ ਮੁਕਤੀ ਬਹਿਨੀ ਬਣਾ ਕੇ ਲੜਾਂਗਾ। ਪੰਥ ਨੂੰ ਆਵਾਜ਼ ਦਿੱਤੀ ਸੀ ਉਹਨਾਂ ਨੇ। ਔਰ ਉਦੋਂ 1 ਮਹੀਨੇ ਦੇ ਦਾ ਕੀ 15 ਦਿਨਾਂ ਬਾਅਦ ਭਾਰਤ ਸਰਕਾਰ ਨੇ ਆਪਣਾ ਫੈਸਲਾ ਵਿਡਰਾ ਕਰ ਲਿਆ ਸੀ। ਤੇ ਮੈਂ ਇਹ ਸਮਝਦਾ ਕਿ ਇੰਦਰਾ ਗਾਂਧੀ ਦੇ ਨਕਸ਼ੇ ਕਦਮਾਂ ਉੱਤੇ ਚੱਲਦਿਆਂ ਮੋਦੀ ਨੇ ਇਹ ਸਿੱਖੀ ਉੱਤੇ, ਸਿੱਖ ਸਿਧਾਂਤ ਉੱਤੇ, ਸਿੱਖ ਪਰੰਪਰਾਵਾਂ ਉੱਤੇ ਔਰ ਖਾਲਸਾ ਪੰਥ ਉੱਤੇ ਇੱਕ ਵੱਡਾ ਹਮਲਾ ਕੀਤਾ। ਇੱਕ ਚੈਲੰਜ ਦਿੱਤਾ, ਜਿਸ ਚੈਲੰਜ ਨੂੰ ਪੰਥ ਨੂੰ ਪ੍ਰਵਾਨ ਕਰਨਾ ਚਾਹੀਦਾ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਜੀ ਨੂੰ ਚਿੱਠੀ ਲਿਖੀ ਸੀ ਕਿ ਇਸ ਇਸ਼ੂ ਦੇ ਉੱਤੇ ਗੁਰਦੁਆਰਾ ਦਾ ਇਸ਼ੂ ਹੈ, ਗੁਰਦੁਆਰਾ ਗਿਆਨ ਗੋਦੜੀ ਦਾ ਇਸ਼ੂ ਹੈ, ਜਾਂ ਭਾਰਤ ਦੇ ਅੰਦਰ ਗੁਰਦੁਆਰੇ ਸਾਹਿਬਾਨ ਦੀ ਬੇਅਦਬੀ ਹੈ, ਜਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪਾਂ ਦੀ ਬੇਅਦਬੀ ਹੈ, ਜਾਂ ਸਾਡੇ ਕਕਾਰਾਂ ਦੇ ਮਸਲੇ ਨੇ, ਜਾਂ ਕਿਤੇ ਕਿਸਾਨੀ ਦੇ ਸੰਘਰਸ਼ ਦਾ ਮਸਲਾ ਹੈ। ਇਹ ਸਾਰੇ ਮਸਲਿਆਂ ਦੇ ਉੱਤੇ ਬਹੁ ਗਿਣਤੀ ਜਿਹੜੀ ਆ ਉਹ ਘੱਟ ਗਿਣਤੀਆਂ ਨੂੰ ਕੁੱਟ ਕੇ ਬਹੁ ਗਿਣਤੀ ਨੂੰ ਖੁਸ਼ ਕਰਨਾ ਚਾਹੁੰਦੀ ਹੈ ਮੋਦੀ ਦੀ ਸਰਕਾਰ। ਇਸ ਕਰਕੇ ਉਹਨਾਂ ਨੂੰ ਇੱਕ ਕਨਵੈਨਸ਼ਨ ਸੰਸਾਰ ਭਰ ਦੇ ਸਿੱਖਾਂ ਦੀ ਅੰਮ੍ਰਿਤਸਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸੱਦਣੀ ਚਾਹੀਦੀ ਹੈ, ਤੇ ਜੋ ਸਮੱਸਿਆਵਾਂ ਨੇ ਉਹ ਪੰਥ ਦੇ ਸਾਹਮਣੇ ਰੱਖਣੀਆਂ ਚਾਹੀਦੀਆਂ ਨੇ, ਔਰ ਇਹਨਾਂ ਦੇ ਸਦੀਵੀ ਤੇ ਸਥਾਈ ਹੱਲ ਲਈ ਕੋਈ ਠੋਸ ਯਤਨ ਜਿਹੜੇ ਨੇ ਉਹ ਸਾਨੂੰ ਆਰੰਭਣੇ ਚਾਹੀਦੇ ਨੇ। ਇਹ ਚਿੱਠੀ ਮੈਂ ਉਹਨਾਂ ਨੂੰ ਲਿਖੀ ਹੈ ਤੇ ਇਹਦਾ ਜਵਾਬ ਤਾਂ ਹਲੇ ਕੋਈ ਆਇਆ ਨਹੀਂ, ਕਿਉਂਕਿ 2-3 ਦਿਨ ਦੀ ਗੱਲ ਹੈ। ਪਰ ਮੈਂ ਇਹ ਸਮਝਦਾ ਕਿ ਮੋਦੀ ਸਰਕਾਰ ਦਾ ਇਹ ਹਮਲਾ ਪੰਥ ਤੇ ਬਹੁਤ ਵੱਡਾ ਹਮਲਾ, ਜਿਹਨੂੰ ਕਦਾਚਿਤ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਬਹੁਤ ਵੱਡੀ ਗੱਲ ਜਿਹੜੀ ਪੰਜੋਲੀ ਜੀ, ਮੈਂ ਦੁਬਾਰਾ ਆਵਾਂਗਾ ਤੁਹਾਡੇ ਵੱਲ। ਅਮਰਿੰਦਰ ਜੀ ਵੀ ਸਾਡੇ ਨਾਲ ਜੁੜੇ ਹੋਏ ਆ। ਅਮਰਿੰਦਰ ਜੀ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤਾਂ ਰਹੇ ਹੀ ਹੋ, ਪਰ ਸਿੱਖ ਭਾਈਚਾਰੇ ਦੀਆਂ ਮੋਹਰੀ ਸਫਾਂ ਚੋਂ ਜਦੋਂ ਵੀ ਕਦੇ ਵਿਪਤਾ ਆਈ ਆ ਤਾਂ ਤੁਸੀਂ ਅੱਗੇ ਹੋ ਕੇ ਖੜੇ ਹੁੰਦੇ ਹੋ ਸਿੱਖ ਭਾਈਚਾਰੇ ਦੇ ਹਿੱਤਾਂ ਦੇ ਲਈ। ਜੋ ਪੰਜੋਲੀ ਜੀ ਨੇ ਕਮੈਂਟਸ ਕੀਤੇ ਹੈ, ਉਹਨਾਂ ਨੇ ਕਿਹਾ ਵੀ ਜਿਸ ਤਰੀਕੇ ਦੇ ਨਾਲ ਮੋਦੀ ਸਰਕਾਰ ਵੱਲੋਂ ਇੰਦਰਾ ਦੇ ਨਕਸ਼ੇ ਕਦਮ ਤੇ ਚੱਲਦਿਆਂ ਹਮਲਾ ਕੀਤਾ ਗਿਆ ਸਿੱਖ ਭਾਈਚਾਰੇ ਦੀ ਵਿਰਾਸਤ ਤੇ, ਸਿੱਖ ਭਾਈਚਾਰੇ ਤੇ ਉਹਨਾਂ ਨੇ ਇੱਕ ਕਨਵੈਨਸ਼ਨ ਬੁਲਾਉਣ ਦਾ ਸੱਦਾ ਦਿੱਤਾ ਹੈ। ਇਹ ਸਾਰੇ ਵਤੀਰੇ ਤੇ ਮੋਦੀ ਤੇ ਸਵਾਲ ਤਾਂ ਉੱਠਦੇ ਹੀ ਉੱਠਦੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਤੀਰਾ, ਉਹਦੇ ਬਾਰੇ ਵੀ ਮੈਂ ਜਵਾਬ ਲੈਣਾ ਚਾਹਾਂਗਾ ਤੁਹਾਡੇ ਕੋਲ ਅਮਰਿੰਦਰ ਜੀ। ਦੇਖੋ ਸਿੱਧੂ ਸਾਹਿਬ, ਪੰਜੋਲੀ ਸਾਹਿਬ ਦੀ ਗੱਲ ਮੈਂ ਪੂਰੇ ਸੁਣੀ ਹੈ ਧਿਆਨ ਨਾਲ। ਮੈਨੂੰ ਇਹਨਾਂ ਦੀ ਗੱਲ ਦੇ ਵਿੱਚ ਨਾ ਕਾਫੀ ਕਨਫਿਊਜ਼ਨ ਨਜ਼ਰ ਆ ਰਹੀ ਹੈ। ਪਹਿਲੀ ਗੱਲ ਤਾਂ ਇਹਨਾਂ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਨਨਕਾਣਾ ਸਾਹਿਬ ਦਾ ਸਾਕਾ ਹੋਇਆ। ਇਹ ਉਸ ਨੂੰ ਭਾਰਤ ਦੇ ਇਤਿਹਾਸ ਨਾਲ ਹੀ ਗਿਣ ਰਹੇ ਆ। ਭਾਰਤ ਨਹੀਂ ਗਿਣ ਰਿਹਾ ਉਹਨੂੰ, ਨਨਕਾਣਾ ਸਾਹਿਬ ਦੇ ਸਾਕੇ ਨੂੰ ਆਪਣੇ ਇਤਿਹਾਸ ਨਾਲ ਇਹੀ ਗਿਣੀ ਜਾ ਰਹੇ ਆ। ਉਹ ਤਾਂ ਮੰਨ ਗਈ ਰਾਜੀ ਨਹੀਂ ਹੈ, ਉਹਨਾਂ ਨੂੰ ਤਾਂ ਕੋਈ ਮਤਲਬ ਸਰੋਕਾਰ ਹੀ ਨਹੀਂ ਹੈ ਸਿੱਖਾਂ ਦੇ ਇਸ਼ੂਜ਼ ਦੇ ਨਾਲ। ਤੇ ਇਹ ਵਨ ਵੇ ਟਰੈਕ ਚੱਲ ਰਿਹਾ ਕਿ ਭਾਰਤ ਦਾ ਇਤਿਹਾਸ, ਭਾਰਤ ਦਾ ਇਤਿਹਾਸ। ਭਾਰਤ ਦਾ ਇਤਿਹਾਸ ਤਾਂ ਸਿੱਖਾਂ ਦੇ ਇਤਿਹਾਸ ਨੂੰ ਗਿਣਤੀ 'ਚ ਨਹੀਂ ਰੱਖਦਾ ਕਿਤੇ, ਉਸ ਇਮੋਸ਼ਨ ਨੂੰ ਉਹ ਬਿਲਕੁਲ ਗਿਣਤੀ 'ਚ ਨਹੀਂ ਰੱਖਦਾ। ਭਾਰਤ ਦਾ ਜਿਹੜਾ ਹੁਕਮਰਾਨ ਹੈ, ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ, ਇੱਕ ਤਾਂ ਮੇਰਾ ਇਹ ਕਹਿਣਾ ਹੈ ਕਿ ਬਈ ਤੁਸੀਂ ਸਿੰਗਲ ਟਰੈਕ ਨਾ ਚੱਲੋ। ਭਾਰਤ ਕੀ ਕਰ ਰਿਹਾ ਉਹ ਵੀ ਦੇਖ ਲਓ। ਤੁਸੀਂ ਐਵੇਂ ਜ਼ਬਰਦਸਤੀ ਭਾਰਤ ਦਾ ਇਤਿਹਾਸ ਕਰੀ ਜਾ ਰਹੇ ਹੋ। ਬਈ ਆਪਾਂ ਇਸ ਚੀਜ਼ ਨੂੰ ਗ੍ਰੈਵਿਟੀ ਸਮਝੀਏ ਕਿ ਬਈ ਜ਼ਬਰਦਸਤੀ ਭਾਰਤ 'ਚ ਨਾ ਆਪਾਂ ਵੜੀ ਜਾਈਏ। ਭਾਰਤ ਵੀ ਸਾਨੂੰ ਕਿੰਨਾ ਕੁ ਪਲੋਸ ਰਿਹਾ ਉਹ ਸਾਨੂੰ ਸਭ ਨੂੰ ਦਿਖ ਰਿਹਾ ਹੈ। ਤੇ ਦੂਜੀ ਗੱਲ ਮੇਰੀ ਇਹ ਕਹਿਣ ਦਾ ਹੈ ਕਿ ਬਈ ਇਹ ਬੀਬੀ ਜਗੀਰ ਕੌਰ ਦੇ ਟੈਨਿਓਰ ਦੇ ਵਿੱਚ ਪਹਿਲੀ ਵਾਰ ਨਹੀਂ ਹੋਇਆ ਕਿ ਜਦੋਂ ਜੱਥਾ ਏਦਾਂ ਹੋਇਆ। ਇਸ ਤੋਂ ਪਹਿਲਾਂ ਵੀ ਬੀਬੀ ਜਗੀਰ ਕੌਰ ਨੂੰ ਚਿੱਠੀ ਪਾਈ ਸੀ ਭਾਰਤ ਦੇ ਹੁਕਮਰਾਨਾਂ ਨੇ ਕਿ ਬਈ ਜੱਥਾ ਜਿਹੜਾ ਰੋਕ ਦਿੱਤਾ ਜਾਵੇ, ਤੇ ਬੀਬੀ ਜਗੀਰ ਕੌਰ ਨੇ ਜੱਥਾ ਰੋਕ ਦਿੱਤਾ ਸੀ। ਤੇ ਉਸਨੇ ਖੁਦ ਹੀ ਜੱਥਾ ਜਿਹੜਾ ਸੀ ਉਹ ਕਹਿਤਾ ਸੀ ਕਿ ਬਈ ਜਦੋਂ ਤੱਕ ਭਾਰਤ ਤੇ ਪਾਕਿਸਤਾਨ ਦੇ ਸੰਬੰਧ ਠੀਕ ਨਹੀਂ ਹੋਣਗੇ ਮੈਂ ਜੱਥਾ ਨਹੀਂ ਭੇਜਾਂਗੀ। ਉਦੋਂ ਬੜਾ ਹੋ ਹੱਲਾ ਮਚਿਆ ਸੀ ਕਿ ਵੀ ਬੀਬੀ ਜਗੀਰ ਕੌਰ ਭਾਰਤ ਦੀ ਸਪੋਕਸਪਰਸਨ ਕਿਉਂ ਬਣੀ ਹੋਈ ਹੈ। ਇਹ ਜੱਥਾ ਰਿਲੀਜੀਅਸ ਉਸ ਤੇ ਹੈਗਾ, ਇਹਦਾ ਪੋਲਿਟਿਕਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸ਼ਰਧਾਲੂ ਨੇ ਮੱਥਾ ਟੇਕਣ ਜਾਣਾ। ਹਿੰਦੁਸਤਾਨ ਭਾਰਤ ਦੀ ਤੇ ਪਾਕਿਸਤਾਨ ਦੀ ਪੋਲਿਟਿਕਸ ਬਿਲਕੁਲ ਡਿਫਰੈਂਟ ਹੈ।
ਇਹਦੇ ਨਾਲ ਸਿੱਖਾਂ ਦੇ ਜਿਹੜਾ ਉੱਥੇ ਨਨਕਾਣਾ ਸਾਹਿਬ ਜਾ ਕੇ ਮੱਥਾ ਟੇਕਣ ਨੂੰ ਨਾ ਉਹਨੂੰ ਵਰਤਿਆ ਜਾਵੇ, ਉਸ ਤੋਂ ਅਲੱਗ ਰੱਖਿਆ ਜਾਵੇ। ਸੋ ਬੀਬੀ ਜਗੀਰ ਕੌਰ ਦਾ ਜਿਹੜਾ ਇਹ ਮਤਲਬ ਟੈਨਿਓਰ ਦੇ ਵਿੱਚ ਦੂਜੀ ਵਾਰੀ ਇਹ ਇੰਸੀਡੈਂਟ ਹੋਣੀ, ਇਹਦੇ ਵਿੱਚ ਵੀ ਇਹ ਸ਼ੱਕ ਦੇ ਘੇਰੇ ਦੇ ਵਿੱਚ ਹੈ ਕਿ ਕੀ ਇਹ ਭਾਰਤ ਸਰਕਾਰ ਨੇ ਆਪੇ ਕਰਤੀ ਜਾਂ ਇਹਨਾਂ ਦੇ ਨਾਲ ਕੋਈ ਰਲੀ ਮਿਲੀ ਵੀ ਇਹਨਾਂ ਦੀ ਕੋਈ ਹੈਗੀ ਹੈ। ਉਹਦੇ ਨਾਲ ਇਹ ਇੱਕ ਗੱਲ ਹੋਰ ਵੀ ਉਸ ਨੂੰ ਮਤਲਬ ਉਧਰ ਇਸ਼ਾਰਾ ਕਰਦੀ ਹੈ ਕਿ ਅੱਜ ਤੱਕ ਜਿਹੜੀ ਪੰਥ ਦੀ ਨੁਮਾਇੰਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ, ਉਹਦੇ ਪ੍ਰਧਾਨ ਦਾ ਕੋਈ ਪ੍ਰਤੀਕਰਮ ਨਹੀਂ ਆਇਆ ਅੱਜ ਤੱਕ ਕਿ ਬਈ ਉਹਨੇ ਕੋਈ ਰਿਐਕਸ਼ਨ ਕੀਤਾ ਹੋਵੇ ਕਿ ਬਈ ਇਹ ਚੰਗਾ ਕੀਤਾ ਮਾੜਾ ਕੀਤਾ, ਉਹ ਤਾਂ ਚੁੱਪ ਵੱਟੀ ਬੈਠਾ ਹੈ। ਸੋ ਪਬਲਿਕਲੀ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਨਾਮ ਬੋਲਣਾ ਉਹ ਵੀ ਸਵਾਲ ਖੜੇ ਕਰਦਾ ਹੈ ਕਿ ਬਈ ਇਹ ਹੋ ਕੀ ਰਿਹਾ ਹੈ। ਸੋ ਪੰਜੋਲੀ ਸਾਹਿਬ ਵਰਗੇ ਜਿਹੜੇ ਬੰਦੇ ਹੈਗੇ, ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਕਲੀਅਰ ਹੋਈਏ ਕਿ ਅਸੀਂ ਅਜੇ ਵੀ ਉਹਨਾਂ ਨੂੰ ਹੀ ਕਹੀ ਜਾ ਰਹੇ ਹਾਂ, ਬੀਬੀ ਜਗੀਰ ਕੌਰ ਨੂੰ ਕਹਿ ਰਹੇ ਹਾਂ ਕਿ ਤੂੰ ਕਨਵੈਨਸ਼ਨ ਬੁਲਾ। ਬੀਬੀ ਜਗੀਰ ਕੌਰ ਦੀ ਕ੍ਰੈਡੀਬਿਲਿਟੀ ਜਿਹੜੀ ਹੈ ਪੰਥ ਦੇ ਵਿੱਚ ਕਿੰਨੀ ਕੁ ਹੈ ਉਹ ਪੰਜੋਲੀ ਸਾਹਿਬ ਨੂੰ ਵੀ ਪਤਾ ਹੈ ਤੇ ਸਾਨੂੰ ਸਾਰਿਆਂ ਨੂੰ ਪਤਾ ਵੀ ਉਹ ਬੁਲਾਉਣ ਦੀ ਕਪੈਸਿਟੀ ਉਹਨਾਂ ਦੀ ਹੈਗੀ ਹੈ। ਇਹਦੇ ਨਾਲ ਤਾਂ ਮੋਦੀ ਬੁਲਾ ਲਵੇ ਸਿੱਖਾਂ ਦੀ ਕਨਵੈਨਸ਼ਨ, ਜਿਹੀ ਜੀ ਮੋਦੀ ਨੇ ਕਨਵੈਨਸ਼ਨ ਬੁਲਾਣੀ ਹੈ ਸਿੱਖਾਂ ਦੀ, ਉਹੀ ਜੀ ਬੀਬੀ ਜਗੀਰ ਕੌਰ ਬੁਲਾ ਲਵੇ। ਜਿਵੇਂ ਪੰਜਾਬ ਦੇ ਵਿੱਚ ਹੁਣ ਇਲੈਕਸ਼ਨ ਹੋ ਕੇ ਹਟੀ ਹੈ, ਕੀ ਮਤਲਬ ਉਹਨਾਂ ਦਾ ਹਸ਼ਰ ਹੋਇਆ, ਪਬਲਿਕ ਨੇ ਉਹਨਾਂ ਨੂੰ ਕਿੰਨੀ ਬੁਰੀ ਤਰੀਕੇ ਦੇ ਨਾਲ ਇਗਨੋਰ ਕੀਤਾ ਹੈ ਤੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਕੋਈ ਇਹਨਾਂ ਨੂੰ ਸਟੇਜਾਂ ਤੇ ਨਹੀਂ ਚੜ੍ਹਨ ਦੇ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਟੋਟੈਲਿਟੀ ਦੇ ਵਿੱਚ ਦੇਖੀਏ ਕਿ ਆਪਾਂ ਕਰ ਕੀ ਰਹੇ ਹਾਂ। ਸੋ ਇਹ ਸਾਰੇ ਐਕਸਕਿਊਜ਼ ਨੂੰ ਦੇਖ ਕੇ ਤੇ ਮੈਂ ਪੰਜੋਲੀ ਸਾਹਿਬ ਨੂੰ ਇਹੀ ਬੇਨਤੀ ਕਰਾਂਗਾ ਕਿ ਬਈ ਇਹ ਉਹਨਾਂ ਕੋਲੋਂ ਐਕਸਪੈਕਟ ਕਰਨ ਦੀ ਕੋਈ ਉਹ ਨਹੀਂ ਹੈ, ਉਹਨਾਂ ਨੇ ਕੁਝ ਨਹੀਂ ਕਰਨਾ, ਉਹ ਤਾਂ ਸਿਰਫ ਲੀਪਾ ਪੋਤੀ ਕੀਤੀ ਤੇ ਉਹਨਾਂ ਤੋਂ ਐਕਸਪੈਕਟ ਕਰਨਾ ਮਤਲਬ ਮੈਂ ਨਹੀਂ ਸਮਝਦਾ ਕਿ ਉਹਨਾਂ ਤਿਲਾਂ 'ਚ ਕੋਈ ਤੇਲ ਹੈ। ਅਮਰਿੰਦਰ ਜੀ, ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਛੋਟਾ ਜਿਹਾ ਜਵਾਬ ਜਿਹੜਾ ਹੈਗਾ, ਜੋ ਪੰਜੋਲੀ ਸਾਹਿਬ ਨੇ ਮਾਮਲਾ ਲਿਆਂਦਾ, ਉਹਨਾਂ ਨੇ ਕਿਹਾ ਕਿ ਜਦੋਂ ਪੰਥ ਰਤਨ ਜਿਹੜਾ ਹੈਗਾ ਜਥੇਦਾਰ ਟੌੜਾ ਦੀ ਗੱਲ ਕੀਤੀ ਉਹਨਾਂ ਨੇ, ਉਸ ਲੀਹਾਂ ਤੇ ਚੱਲਦਿਆਂ ਇਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੇ ਬੀਬੀ ਜਗੀਰ ਕੌਰ ਨਹੀਂ ਬੁਲਾਉਂਦੇ ਕਨਵੈਨਸ਼ਨ, ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਵੀ ਤਾਂ ਬਰਾਬਰ ਦੀ ਜ਼ਿੰਮੇਵਾਰੀ ਰੱਖਦੇ ਆ? ਜੇ ਉਹ ਸਥਿਤੀ ਪੈਦਾ ਹੁੰਦੀ ਹੈ ਕਿ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੋਂ ਆਵਾਜ਼ ਉੱਠੇਗੀ ਇਸ ਮੁੱਦੇ ਤੇ, ਅਮਰਿੰਦਰ ਜੀ? ਉਹ ਮੈਂ ਤਾਂ ਪੰਜੋਲੀ ਸਾਹਿਬ ਨੂੰ ਬੇਨਤੀ ਕਰ ਰਿਹਾ ਕਿ ਆਪਣੇ ਬੰਦੇ ਲਾਈਕ ਮਾਈਂਡਡ ਬੰਦਿਆਂ ਨੂੰ ਲੈਣ ਤੇ ਇਸ ਆਵਾਜ਼ ਨੂੰ ਬੁਲੰਦ ਕਰਨ। ਇਹ ਪੰਥ ਦੇ ਵਿੱਚ ਹੋਰ ਸਫਾਵਾਂ ਵੀ ਹੈਗੀਆਂ, ਉਹ ਸਾਰੀਆਂ ਰਲ ਕੇ ਵੀ ਕਨਵੈਨਸ਼ਨ ਬੁਲਾ ਸਕਦੀਆਂ। ਇਹ ਕੋਈ ਕਿਸੇ ਇੰਡੀਵਿਜੂਅਲ ਦਾ ਮਸਲਾ ਨਹੀਂ ਹੈ ਕਿ ਨਨਕਾਣਾ ਸਾਹਿਬ ਤੋਂ ਸਿੱਖਾਂ ਨੂੰ ਮੱਥਾ ਟੇਕਣ ਤੋਂ ਜਿਹੜਾ ਰੋਕਿਆ ਉਹ ਵੀ ਲਾਸਟ ਮੂਮੈਂਟ ਕਿ ਹਾਂ ਇਹ ਪੂਰੇ ਸਿੱਖ ਭਾਈਚਾਰੇ ਦਾ ਮਾਮਲਾ ਹੈ ਜੀ। ਪੂਰੇ ਦੁਨੀਆ ਦਾ ਸਿੱਖ ਨਨਕਾਣਾ ਸਾਹਿਬ ਜਾ ਸਕਦਾ, ਕੇਵਲ ਭਾਰਤ ਦਾ ਸਿੱਖ ਨਹੀਂ ਜਾ ਸਕਦਾ, ਦੁਨੀਆ ਭਰ ਤੋਂ ਸਿੱਖ ਮੈਂ ਆਣਾ ਤੁਹਾਡੇ ਵੱਲ ਵਾਪਸ ਇਸ ਮੁੱਦੇ ਤੇ। ਲੇਕਿਨ ਸਿਰਫ ਭਾਰਤ ਜਿਹੜਾ ਸਿੱਖ ਫਸਿਆ ਹੋਇਆ ਹੈ ਉਹ ਗੁਲਾਮੀ ਦੀ ਜੰਜੀਰਾਂ ਦੇ ਵਿੱਚੋਂ ਨਿਕਲ ਕੇ ਮੱਥਾ ਨਹੀਂ ਟੇਕ ਸਕ ਰਿਹਾ। ਇਹ ਇਸ ਦਾ ਹੱਲ ਕੋਈ ਸਾਨੂੰ ਕੱਢਣਾ ਪਏਗਾ। ਜੀ ਅਮਰਿੰਦਰ ਜੀ, ਮੈਂ ਵਾਪਸ ਆਣਾ ਤੁਹਾਡੇ ਵੱਲ। ਡਾਕਟਰ ਸੋਤਾ, ਤੁਸੀਂ ਪੰਜੋਲੀ ਸਾਹਿਬ ਦੇ ਅਮਰਿੰਦਰ ਜੀ ਦੇ ਕਮੈਂਟਸ ਵੀ ਸੁਣੇ ਆ। ਸਵਾਲ ਉਹੀ ਹੈ ਕਿ ਜਦੋਂ ਬਹੁਤ ਇਤਿਹਾਸਿਕ ਮੌਕਾ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਜਿੱਥੇ ਆਪਣੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਨਨਕਾਣਾ ਸਾਹਿਬ ਜਾ ਰਹੇ ਸੀ ਤਾਂ ਉਹਨਾਂ ਨੂੰ ਐਨ ਮੌਕੇ ਦੇ ਉੱਤੇ ਰੋਕਿਆ ਗਿਆ, ਜਿੱਦਾਂ ਪੰਜੋਲੀ ਜੀ ਨੇ ਕਿਹਾ ਇਸ ਦਾ ਜਵਾਬ ਵੀ ਕੋਈ ਨਹੀਂ ਹੈ ਕਿ ਕਿਉਂ ਰੋਕਿਆ ਗਿਆ। ਜੀ ਸਿੱਧੂ ਸਾਹਿਬ, ਤੁਸੀਂ ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰ ਹੋ ਕਿ ਐਡਾ ਕਰੰਟ ਔਰ ਇੰਨਾ ਇੰਪੋਰਟੈਂਟ ਟੌਪਿਕ ਲੈ ਕੇ ਤੁਸੀਂ ਅੱਜ ਆਪਣੇ ਜਿਹੜੇ ਲਿਸਨਰਸ ਦੇ ਸਾਹਮਣੇ, ਪਬਲਿਕ ਦੇ ਸਾਹਮਣੇ, ਦੇਸ਼ ਦੁਨੀਆ ਦੇ ਸਾਹਮਣੇ ਆਏ ਹੋ, ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਇਸ਼ੂ ਹੈ। ਮੈਨੂੰ ਲੱਗਦਾ ਬਹੁਤਿਆਂ ਲੋਕਾਂ ਨੂੰ ਜਿਹੜਾ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਹੈਗਾ, ਜਿਹੜਾ ਇੱਕ ਸਿਦਕ ਤੇ ਕੁਰਬਾਨੀਆਂ ਦਾ ਜਿਹੜਾ ਮੁਜੱਸਮਾ ਹੈਗਾ, ਲੋਕਾਂ ਨੂੰ ਇਹਦੇ ਬਾਰੇ ਵੀ ਪਤਾ ਨਹੀਂ ਹੋਣਾ ਬਹੁਤਿਆਂ ਨੇ। ਤਾਂ ਇਸ ਕਰਕੇ ਅਜਿਹੇ ਮੌਕੇ ਤੇ ਰੋਕਣਾ ਇੱਕ ਬੜਾ ਮੰਦਭਾਗਾ ਹੈਗਾ, ਅਨਫੋਰਚੂਨੇਟ ਹੈ। ਸਾਡੇ ਮੁਲਕ ਦੀ ਇਲੈਕਟਡ ਗਵਰਨਮੈਂਟ ਜਿਹੜੀ ਹੈ, ਭਾਵੇਂ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਤਾਂ ਮੈਜੋਰਿਟੀ ਇਜ਼ ਅਥਾਰਟੀ, ਅਸੀਂ ਜਦੋਂ ਮੈਜੋਰਿਟੀ 'ਚ ਹੈਗੇ ਕੁਝ ਵੀ ਇਸ਼ੂ ਅਸੀਂ ਟੇਕ ਅਪ ਕਰ ਸਕਦੇ, ਕਿਸੇ ਨੂੰ ਰੋਕ ਸਕਦੇ, ਕਿਸੇ ਨੂੰ ਹੱਕ ਸਕਦੇ ਹਾਂ। ਸੋ ਇਹ ਜਿਹੜਾ ਇਸ਼ੂ ਹੈਗਾ, ਇਹ ਜਿੱਥੇ ਮੰਦਭਾਗਾ ਹੈਗਾ ਉੱਥੇ ਸਾਡੀਆਂ ਪ੍ਰੈਜ਼ੈਂਟ ਜਨਰੇਸ਼ਨਸ ਨੂੰ ਇੱਕ ਬਹੁਤ ਹੀ ਵਡਮੁੱਲੇ ਇਤਿਹਾਸਕ ਪਿਛੋਕੜ ਨਾਲ ਜੋੜਨ ਤੇ ਉਸ ਨੂੰ ਆਗਾਹ ਕਰਨ ਦੇ ਵਾਸਤੇ, ਜਿਹੜੇ ਉਹਦੇ ਵਾਸਤੇ ਉਹਦੀ ਪਿਕਚਰ ਸਾਹਮਣੇ ਲਿਆਉਣ ਲਈ ਜਿੰਨਾ ਇੰਪੋਰਟੈਂਟ ਹੈ, ਜਿਵੇਂ ਦਾ ਸਮਾਜ, ਜਿਵੇਂ ਦੇ ਇਸ਼ੂਜ਼ ਅੱਜ ਸਿੱਧੂ ਸਾਹਿਬ ਚੱਲ ਰਹੇ ਨੇ, ਉਹਦੇ ਵਾਸਤੇ ਉੱਥੋਂ ਦਾ ਜੋ ਇਤਿਹਾਸਿਕ ਪਿਛੋਕੜ ਹੈ, ਜਿਸ ਤਰ੍ਹਾਂ ਉਹਨਾਂ ਨੇ ਉੱਥੇ ਕੁਰਬਾਨੀ ਦਿੱਤੀ, ਸਿਦਕ ਦਾ ਸਬੂਤ ਦਿੱਤਾ, ਸ਼ਾਂਤਮਈ ਉਹਨਾਂ ਨੇ ਸਾਰਾ ਆਪਣਾ ਰੱਖਿਆ, ਸੰਗਠਨ ਰੱਖਿਆ ਔਰ ਬਿਲਕੁਲ ਵੀ ਕਿਸੇ ਨੂੰ ਨੁਕਸਾਨ ਨਹੀਂ ਕੀਤਾ, ਕੁਰਬਾਨੀਆਂ ਦਿੱਤੀਆਂ, ਕਿਸੇ ਨੂੰ ਉਹਨਾਂ ਨੇ ਰਿਬਟ ਨਹੀਂ ਕੀਤਾ, ਕਿਸੇ ਨੂੰ ਉਹਨਾਂ ਨੇ
ਉਹਦੇ ਵਾਸਤੇ ਕੁਝ ਵੀ ਤਸੀਹਾ ਨਹੀਂ ਦਿੱਤਾ। ਉਹ ਇਸ ਚੀਜ਼ ਦਾ ਸਬੂਤ ਹੈ ਕਿ ਵਾਇਲੈਂਸ ਕੀਤੇ ਬਿਨਾਂ ਵੀ ਤੁਸੀਂ ਜਿਹੜਾ ਨਾਨ ਵਾਇਲੈਂਟ ਰਹਿ ਕੇ ਵੀ ਜਿਹੜਾ ਜ਼ੁਲਮ ਦਾ ਟਾਕਰਾ ਕਰ ਸਕਦੇ ਹੋ, ਔਰ ਤੁਸੀਂ ਸ਼ਾਂਤਮਈ ਆਪਣਾ ਜਿਹੜਾ ਹੈ ਜਵਾਬ ਦੇ ਕੇ ਆਪਣੇ ਪਿੰਡੇ ਤੇ ਉਹਨਾਂ ਨੇ ਜਿਹੜਾ ਸੀਗਾ ਭਾਈ ਲక్ష్మణ ਸਿੰਘ ਹੋਣਾ ਨੇ ਆਪਣੇ ਪਿੰਡੇ ਤੇ ਤਸੀਹੇ ਝੱਲ ਕੇ ਗੋਲੀਆਂ 100 150 ਖਾ ਕੇ ਇੱਕ ਆਪਣਾ ਜਿਹੜਾ ਸੀਗਾ ਅਕੀਦੇ ਨੂੰ ਕਾਇਮ ਰੱਖਿਆ, ਗੁਰੂ ਮਹਾਰਾਜ ਦੀ ਭੀੜ ਨੂੰ ਆਂਚ ਨਹੀਂ ਆਉਣ ਦਿੱਤੀ। ਦੂਸਰਾ ਹੈ ਕਿ ਜ਼ਾਲਮ ਦੇ ਜ਼ੁਲਮ ਦੇ ਅੱਗੇ ਜਿਹੜਾ ਸੀਗਾ ਉਹਨਾਂ ਨੇ ਹਥਿਆਰ ਨਹੀਂ ਚੁੱਕਿਆ। ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਇਤਿਹਾਸ ਅਗਰ ਸਾਡੀਆਂ ਜਨਰੇਸ਼ਨ ਨੂੰ ਜਾ ਕੇ ਪਤਾ ਲੱਗਦਾ, ਅਗਰ ਉਹ ਵਿਜ਼ਿਟ ਕਰਕੇ ਉਹਦੇ ਬਾਰੇ ਜਾਣੂ ਹੁੰਦੇ ਤਾਂ ਇੱਕ ਜਿਸ ਤਰ੍ਹਾਂ ਆਜ਼ਾਦੀ ਦੇ ਸੰਘਰਸ਼ ਨੂੰ ਉਹ ਸਾਕੇ ਤੋਂ ਬਾਅਦ ਇੰਪੈਟਸ ਮਿਲਿਆ ਸੀਗਾ ਬਹੁਤ ਵੱਡਾ, ਉਹ ਵੀ ਅੱਜ ਦਾ ਜਿਹੜਾ ਯੁੱਗ ਚੱਲ ਰਿਹਾ ਜਿਵੇਂ ਦੀ ਬੇਭਰੋਸਗੀ ਦਾ, ਜਿਸ ਤਰ੍ਹਾਂ ਅਸ਼ਾਂਤ ਵਾਤਾਵਰਨ ਸਮਾਜ ਚੱਲ ਰਿਹਾ ਹੈਗਾ, ਉਹਦੇ ਵਾਸਤੇ ਬਹੁਤ ਵੱਡਾ ਸੰਦੇਸ਼ ਸੀ। ਇੱਕ ਬਹੁਤ ਵੱਡੀ ਉਹਨਾਂ ਨੂੰ ਹੁਲਾਰਾ ਮਿਲਣਾ ਸੀ, ਐਨਕਰੇਜਮੈਂਟ ਹੋਣੀ ਸੀ, ਜਿਸ ਤਰ੍ਹਾਂ ਦਾ ਸਾਕਾ ਉੱਥੇ ਜੀ ਜੀ। ਡਾਕਟਰ ਸਾਹਿਬ ਇੱਕ ਸਵਾਲ ਮੈਂ ਡਾਕਟਰ ਸਹੋਤਾ ਇੱਕ ਸਵਾਲ ਮੈਂ ਲੈਣਾ ਚਾਹੁੰਦਾ ਹਾਂ। ਜਿਹੜੀ ਮੌਜੂਦਾ ਸਰਕਾਰ ਹੈ ਬਹੁਤ ਹੀ ਦੇਸ਼ ਪ੍ਰੇਮ ਦੀਆਂ ਗੱਲਾਂ ਕਰਦੀ ਹੈ, ਦੇਸ਼ ਭਗਤੀ ਦੀਆਂ ਗੱਲਾਂ ਕਰਦੀ ਹੈ। ਨਨਕਾਣਾ ਸਾਹਿਬ ਨਾਲੋਂ ਵੱਡਾ ਹੋਰ ਸਾਕਾ ਕੀ ਹੋ ਸਕਦਾ ਹੈ ਇਸ ਦੇਸ਼ ਦੇ ਲਈ? ਤੁਸੀਂ ਪ੍ਰਿੰਸੀਪਲ ਰਹੇ ਹੋ, ਇਸ ਤਰ੍ਹਾਂ ਜਿਹੜਾ ਰੋਕ ਕੇ ਲੱਗਦਾ ਨਹੀਂ ਕਿ ਜਿਹੜੀ ਸਾਡੀ ਨਵੀਂ ਜਨਰੇਸ਼ਨ, ਜਦੋਂ ਨਵੀਂ ਪੀੜ੍ਹੀ ਨੂੰ ਅਸੀਂ ਕੋਈ ਦੇਣੀ ਚਾਹੁੰਦੇ ਹਾਂ ਗੱਲ ਜਾਣਕਾਰੀ ਆਪਣੇ ਵਿਰਸੇ ਬਾਰੇ, ਵਿਰਾਸਤ ਬਾਰੇ, ਉਸ ਨੂੰ ਵੀ ਇੱਕ ਤਰ੍ਹਾਂ ਦਾ ਲਾਂਭੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ? ਕਿਉਂਕਿ ਜਾਵਾਂਗੇ, ਚਰਚਾ ਹੋਏਗੀ, ਇੱਕ ਸੁਨੇਹਾ ਜਾਏਗਾ। ਲੱਗਦਾ ਨਹੀਂ ਕਿ ਨਵੀਂ ਪੀੜ੍ਹੀ ਲਈ ਸੁਨੇਹਾ ਰੋਕਣ ਲਈ ਵੀ ਇੱਕ ਉਪਰਾਲਾ ਹੈ? ਬਹੁਤ ਖੂਬ ਤੁਸੀਂ ਮੇਰੇ ਮੂੰਹ ਦੀ ਗੱਲ ਲੈ ਲਈ ਹੈ ਕਿ ਜਿੱਥੇ ਇਹ ਇੱਕ ਨੈਸ਼ਨਲ ਕਰੈਕਟਰ ਦਾ ਔਰ ਨੈਸ਼ਨਲ ਇੰਟੀਗ੍ਰੇਸ਼ਨ ਦਾ ਔਰ ਇੱਕ ਜਿਸ ਤਰ੍ਹਾਂ ਦਾ ਮਾਹੌਲ ਬੇਭਰੋਸਗੀ ਦਾ ਸਾਡੇ ਆਲਮ ਚੱਲ ਰਿਹਾ ਹੈਗਾ ਮੁਲਕ ਦੇ ਵਿੱਚ, ਉਸ ਨੂੰ ਇੱਕ ਨਵੀਂ ਦਿਸ਼ਾ ਦੇਣ ਦਾ, ਇੱਕ ਨਵੀਂ ਰਾਹ ਦੇਣ ਦਾ ਜਿਹੜਾ ਜਨਰੇਸ਼ਨ ਨੂੰ ਇੱਕ ਸੁਨੇਹਾ ਮਿਲ ਸਕਦਾ, ਅਜਿਹਾ ਸਥਾਨਾਂ ਤੇ ਜਾਣਾ ਕੇਵਲ ਅਸੀਂ ਇੱਕ ਸ਼ਰਧਾਵਾਨ ਨਹੀਂ, ਹਰ ਮਨੁੱਖ ਨੂੰ, ਹਰ ਉਸ ਹਿਰਦੇ ਨੂੰ ਉੱਥੇ ਜਾ ਕੇ ਸਿਰ ਝੁਕਾਉਣਾ ਚਾਹੀਦਾ ਜਿਹਦੇ ਵਿੱਚ ਇਨਸਾਨੀਅਤ ਹੈ, ਜਿਹਨੂੰ ਇਨਸਾਨੀਅਤ ਵਿੱਚ ਵਿਸ਼ਵਾਸ ਹੈ, ਜਿਹੜਾ ਮੈਨਕਾਈਂਡ ਦੇ ਭਲੇ ਵਾਸਤੇ ਕੁਝ ਕਰਨਾ, ਦੇਖਣਾ, ਸੋਚਦਾ ਵੀ ਹੈਗਾ, ਉਸ ਨੂੰ ਵੀ ਉੱਥੇ ਨਤਮਸਤਕ ਹੋਣਾ ਚਾਹੀਦਾ ਹੈ। ਜਿਹੜਾ ਤੁਸੀਂ ਕਿਹਾ ਕਿ ਅੱਜ ਦੀ ਜਨਰੇਸ਼ਨ ਨੂੰ ਰੋਕਿਆ ਗਿਆ, ਇਸੇ ਕਰਕੇ ਮਾਈ ਫਸਟ ਸੈਂਟੈਂਸ ਵਾਸ ਦਿਸ ਇਜ਼ ਐਨ ਅਨਫੋਰਚੂਨੇਟ ਜਿਹੜਾ ਰੋਕਿਆ ਗਿਆ ਇਹ ਕਹਿ ਕੇ ਕਿ ਉੱਥੇ ਕੋਰੋਨਾ ਦਾ ਡਰ ਹੈ, ਉੱਥੇ ਤਾਂ ਸੇਫਟੀ ਸਿਕਿਉਰਿਟੀ ਦਾ ਇਸ਼ੂ ਹੈ। ਮੇਰਾ ਇੱਕ ਸਵਾਲ ਹੈ ਇਸ ਮੰਚ ਤੋਂ ਕਿ ਜਿੱਥੇ ਆਪਣੀ ਤਾਕਤ ਵਾਸਤੇ, ਜਿੱਥੇ ਆਪਣਾ ਵਿਮਸ ਐਂਡ ਫੈਂਸੀਜ਼ ਦੇ ਅੰਡਰ ਗੁਜ਼ਾਰੇ ਕੀਤੇ ਜਾਂਦੇ ਨੇ, ਉੱਥੇ ਬੰਦੇ ਨਾਲ ਬੰਦਾ ਭਿੜਦਾ ਹੈ, ਉੱਥੇ ਕੋਈ ਸੋਸ਼ਲ ਡਿਸਟੈਂਸ ਮੇਨਟੇਨ ਨਹੀਂ ਕੀਤਾ ਜਾਂਦਾ, ਕੋਈ ਵੀ ਜਿਹੜਾ ਮਾਸਕ ਨਾ ਪਾਉਣ ਤੇ ਆਮ ਨਾਗਰਿਕ ਨੂੰ ਫਾਈਨ ਰੱਖਿਆ ਗਿਆ ਸਰਕਾਰਾਂ ਨੇ, ਉਹਦਾ ਪਾਲਣ ਜਿਹੜੇ ਹੈਗੇ ਆਕੇ ਵੀ ਨਹੀਂ ਕਰਦੇ। ਕਿ ਇਸ ਨੂੰ ਅਸੀਂ ਇਹ ਸਮਝੀਏ ਕਿ ਜਿਹੜਾ ਸਾਡਾ ਲੋਕਤੰਤਰ ਹੈ ਇਹ ਦੇ ਮੇ ਡੂ ਔਰ ਦੇ ਮੇ ਨੋਟ, ਇਹ ਕੁਝ ਇੱਕ ਲੋਕਾਂ ਦੀ ਅਗਰ ਮਨਮਾਨੀ ਤੇ ਚੱਲ ਰਿਹਾ ਹੈ ਤਾਂ ਜਿੱਥੇ ਮੈਂ ਤੁਹਾਨੂੰ ਦੱਸਦੀ ਹਾਂ ਜਿੱਥੇ ਡੈਲੀਬਰੇਸ਼ਨ ਨਹੀਂ ਹੁੰਦੀ ਉੱਥੇ ਐਂਗਰ ਹੁੰਦਾ ਹੈ, ਜਿੱਥੇ ਐਂਗਰ ਹੁੰਦਾ ਹੈ ਉੱਥੇ ਇੰਸਟੀਟਿਊਸ਼ਨ ਦਾ ਨਾਸ਼ ਹੁੰਦਾ ਹੈ, ਉੱਥੇ ਲਾ ਐਂਡ ਆਰਡਰ ਕੰਪਰੋਮਾਈਜ਼ ਹੁੰਦਾ ਹੈ। ਐਜ਼ ਏ ਰਿਜ਼ਲਟ ਜਿਹੜੀ ਸੋਸਾਇਟੀ ਹੈਗੀ ਹੈ ਉਹ ਆਪਣਾ ਵਿਸ਼ਵਾਸ ਗਵਾ ਦਿੰਦੀ ਹੈ ਸਰਕਾਰਾਂ ਦੇ ਵਿੱਚ, ਔਰ ਉਹ ਬਿਲਕੁਲ ਉਹਨਾਂ ਨੂੰ ਭਰੋਸਾ ਨਹੀਂ ਰਹਿੰਦਾ, ਉਹ ਫਿਰ ਉਸ ਤੋਂ ਕਿਨਾਰਾ ਕਰਨਾ ਚਾਹੁੰਦੇ ਨੇ। ਸੋ ਇਸ ਥੈਂਕ ਯੂ ਵੈਰੀ ਮਚ। ਬਹੁਤ ਹੀ ਜਿਹੜਾ ਦੁਖਦਾਈ ਇਹ ਜਿਹੜਾ ਵਾਪਰਿਆ ਹੈਗਾ, ਇਸ ਨੂੰ ਹਰ ਫਰੰਟ ਤੇ ਕੰਡੈਮ ਕਰਨਾ ਚਾਹੀਦਾ, ਉਹਦੇ ਵਾਸਤੇ ਆਵਾਜ਼ ਹੋਣੀ ਚਾਹੀਦੀ ਹੈ। ਥੈਂਕ ਯੂ, ਮਿਹਰਬਾਨੀ ਡਾਕਟਰ ਸੋਹਤਾ। ਆਪਾਂ ਲੈਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਭਾਵਕ ਤੇ ਸੰਜੀਦਾ ਮੁੱਦੇ ਤੇ ਆ ਰਹੇ ਹਾਂ ਵਾਪਸ ਕਿ ਆਖਰ ਨਨਕਾਣਾ ਸਾਹਿਬ ਦਾ 100 ਸਾਲ ਬਾਅਦ ਇੱਕ ਮੌਕਾ ਮਿਲਿਆ ਸ਼ਹਾਦਤ ਨੂੰ ਸਿਜਦਾ ਕਰਨ ਦੇ ਲਈ, ਕਿਉਂ ਬੇਭਰੋਸਗੀ ਦੇ ਸਵਾਲ 100 ਸਾਲ ਬਾਅਦ ਵੀ ਉੱਠ ਰਹੇ ਹੈ? ਇਸ ਮੁੱਦੇ ਤੇ ਲਵਾਂਗੇ ਸਵਾਲ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਪੰਜੋਲੀ ਜੀ, ਬ੍ਰੇਕ ਤੋਂ ਪਹਿਲਾਂ ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਸੀ ਉਸੇ ਚਰਚਾ ਦੇ ਵਿੱਚ ਅਮਰਿੰਦਰ ਹੋਣਾ ਨੇ ਵੀ ਤੁਹਾਡੀ ਗੱਲ ਨੂੰ ਅੱਗੇ ਵਧਾਉਂਦੇ ਇਹ ਗੱਲ ਕਹੀ ਹੈ
ਕਿ ਬਹੁਤ ਤੁਸੀਂ ਵਾਜਬ ਗੱਲ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਹੈ ਬੀਬੀ ਜਗੀਰ ਕੌਰ, ਉਹਨਾਂ ਨੂੰ ਪੱਤਰ ਲਿਖਿਆ ਹੈ। ਜਿੱਦਾਂ ਤੁਸੀਂ ਗੱਲ ਕੀਤੀ ਹੈ ਪੰਥ ਰਤਨ ਜਥੇਦਾਰ ਟੌੜਾ ਜੀ, ਉਹਨਾਂ ਨੇ ਕਨਵੈਨਸ਼ਨ ਬੁਲਾਈ ਜਦੋਂ ਇੰਦਰਾ ਗਾਂਧੀ ਨੇ ਆਪਣੇ ਸਮੇਂ 'ਚ ਧੱਕਾ ਕੀਤਾ। ਉਹ ਕਹਿੰਦੇ ਕਿ ਉਮੀਦ ਕੀਤੀ ਜਾ ਸਕਦੀ ਹੈ ਕਿ ਬੀਬੀ ਜਗੀਰ ਕੌਰ ਕੋਈ ਇਦਾਂ ਦੀ ਕਨਵੈਨਸ਼ਨ ਬੁਲਾ ਸਕਦੇ ਹੈ ਜਿਸ ਜ਼ਮੀਨ ਤੇ ਉਹ ਖੜੇ ਹੈ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੋਈ ਆਪਣੀ ਭੂਮਿਕਾ ਨਿਭਾਉਣਗੇ ਜਾਂ ਚੁੱਪ ਦਾ ਵਰਤਾਰਾ ਹੀ ਰਹੇਗਾ। ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਮੈਂ ਸਰਦਾਰ ਅਮਰਿੰਦਰ ਸਿੰਘ ਜੀ ਨੂੰ ਇਹ ਕਹਿਣੀ ਚਾਹੁੰਦਾ ਕਿ ਭਾਰਤ ਕਿਸੇ ਦੇ ਬਾਪ ਦੀ ਹੱਤ ਨਹੀਂ ਹੈ। ਇਸ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀ ਖਾਲਸਾ ਪੰਥ ਨੇ ਕੀਤੀ। ਸ਼ਹਾਦਤਾਂ ਸਾਡੀਆਂ ਹੋਈਆਂ ਨੇ, ਇਹ ਗੱਲ ਵੱਖਰੀ ਹੈ। ਗਿਣਤੀ ਮਿਣਤੀ ਦੇ ਪਾਸੇ ਥੋੜੇ ਆ ਤੇ ਸਾਡਾ ਨੈਸ਼ਨਲ ਪੱਧਰ ਤੇ ਰਾਜ ਭਾਗ ਸਥਾਪਿਤ ਨਹੀਂ ਹੋ ਸਕਦਾ, ਪਰ ਦੇਸ਼ ਦੀ ਮਾਲਕੀ ਜਿਹੜੀ ਹੈ ਉਹ ਸਾਨੂੰ ਛੱਡਣੀ ਨਹੀਂ ਚਾਹੀਦੀ। ਇਹ ਮਲਕੀਅਤ ਕਿਸੇ ਦੇ ਪਿਓ ਦੀ ਨਹੀਂ। ਦੂਸਰੀ ਗੱਲ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਇਸ ਗੱਲ ਨੂੰ ਕੰਡੈਮ ਕੀਤਾ। ਉਹਨਾਂ ਦੀਆਂ ਸਟੇਟਮੈਂਟਾਂ ਅਖਬਾਰਾਂ ਵਿੱਚ ਅੱਜ ਆ ਚੁੱਕੀਆਂ ਨੇ, ਕਿਉਂਕਿ ਤੁਸੀਂ ਅਮਰੀਕਾ ਵਿੱਚੋਂ ਤੁਹਾਨੂੰ ਹਲੇ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਹੋਏਗਾ। ਤੀਸਰੀ ਗੱਲ ਨਹੀਂ ਚਾਹੁੰਦਾ, ਮਸਲਾ ਬੀਬੀ ਜਗੀਰ ਜਾਂ ਕਿਸੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਜਾਂ ਕਿਸੇ ਹੋਰ ਪ੍ਰਧਾਨ ਦਾ ਨਹੀਂ ਹੈ। ਇਹ ਸੰਸਥਾ ਖਾਲਸਾ ਪੰਥ ਦੀ ਹੈ, ਕਿਸੇ ਵਿਅਕਤੀ ਦੀ ਨਹੀਂ ਹੈ, ਕਿਸੇ ਧੜੇ ਦੀ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਰੇ ਪੰਥ ਦੇ ਜਜ਼ਬਾਤ ਜੁੜੇ ਹੋਏ ਨੇ ਤੇ ਪੰਥਕ ਸੰਸਥਾ ਹੈ। ਇਹਦਾ ਮੁਖੀ ਕੋਈ ਵੀ ਹੋਵੇ, ਉਹਦੀ ਡਿਊਟੀ ਹੈ, ਉਹਦਾ ਫਰਜ਼ ਬਣਦਾ ਹੈ ਕਿ ਜੇ ਪੰਥਕ ਸਿਧਾਂਤਾਂ ਤੇ ਪਰੰਪਰਾਵਾਂ ਤੇ ਸਾਡੀ ਵਿਰਾਸਤ ਤੇ ਕਿਸੇ ਵੀ ਤਰ੍ਹਾਂ ਦੇ ਕੋਈ ਹਮਲੇ ਹੁੰਦੇ ਨੇ, ਉਹਨਾਂ ਹਮਲਿਆਂ ਦਾ ਸਾਨੂੰ ਜਵਾਬ ਦੇਣ ਲਈ ਪੰਥਕ ਸ਼ਕਤੀ ਇਕੱਠੀ ਕਰਨੀ ਚਾਹੀਦੀ ਹੈ ਤੇ ਪੰਥ ਇਹਦੇ ਨਾਲ ਸਾਡਾ ਫਾਇਦਾ ਬਹੁਤ ਵੱਡਾ ਹੋਏਗਾ। ਮੈਂ ਇਹ ਮੰਨਦਾ, ਭਾਵੇਂ ਨਨਕਾਣਾ ਸਾਹਿਬ ਵਾਲਾ ਜਿਹੜਾ ਸਾਕੇ ਦਾ ਦਿਹਾੜਾ ਤਾਂ ਉਹ ਭਾਵੇਂ ਲੰਘ ਗਿਆ, ਉਹਨੂੰ ਜਾ ਕੇ ਫੇਰ ਸਪੈਸ਼ਲ ਬਣਾ ਸਕਦੇ, ਬਾਤ ਸ਼ਰਤ ਕਿ ਅਸੀਂ ਦਲੇਰੀ ਨਾਲ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਜਾਂ ਅਕਾਲ ਤਖਤ ਸਾਹਿਬ ਤੇ ਜੇ ਬੀਬੀ ਜਗੀਰ ਕੌਰ ਤੇ ਕੋਈ ਇਤਰਾਜ਼ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੱਦ ਲੈਣ, ਉਹ ਅਕਾਲ ਤਖਤ ਸਾਹਿਬ ਤੇ ਪੰਥ ਦਾ ਇਕੱਠ ਸੱਦਣ ਤੇ ਪੰਥ ਦਾ ਇਕੱਠ ਸੱਦ ਕੇ ਪੰਥਕ ਸ਼ਕਤੀ ਦਾ ਦਾਅਵਾ ਕਰਨ, ਪੰਥਕ ਏਕਤਾ ਦਾ ਪ੍ਰਗਟਾਵਾ ਕਰਕੇ ਭਾਰਤ ਦੀ ਸਰਕਾਰ ਦਾ ਜੋ ਚੈਲੰਜ ਹੈ ਉਹਨੂੰ ਪ੍ਰਵਾਨ ਕਰਨ ਤੇ ਪ੍ਰਵਾਨ ਕਰਕੇ ਕਹਿਣ ਕਿ ਤੁਸੀਂ ਸੁੰਦਰਲੀ ਸਾਹਿਬ, ਬਹੁਤ ਵੱਡਾ ਸਵਾਲ, ਬਹੁਤ ਵੱਡੇ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਹੋ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ ਦੇ ਉੱਤੇ ਕਨਵੈਨਸ਼ਨ ਸੱਦਣੀ ਚਾਹੀਦੀ ਹੈ। ਸਾਰੇ ਸਿੱਖ ਭਾਈਚਾਰੇ ਨੂੰ ਸਿਰ ਜੋੜ ਕੇ ਇਸ ਤੇ ਫੈਸਲਾ ਲੈਣ ਦੀ ਲੋੜ ਹੈਗੀ ਹੈ। ਜੇ ਬੀਬੀ ਜਗੀਰ ਕੌਰ ਤੇ ਸਹਿਮਤੀ ਨਹੀਂ ਹੁੰਦੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਿਲਕੁਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਵੀ ਕਿਹਾ ਕਿ ਪੂਰੇ ਸਿੱਖ ਭਾਈਚਾਰੇ ਨੂੰ ਇਸ ਮਾਮਲੇ ਤੇ ਨੋਟਿਸ ਲੈਣ ਦੀ ਜ਼ਰੂਰਤ ਹੈਗੀ ਹੈ। ਇੰਨੀ ਗੱਲ ਤਾਂ ਉਹਨਾਂ ਨੇ ਕੀਤੀ ਆ, ਪਰ ਇੰਨੀ ਗੱਲ ਤੋਂ ਅੱਗੇ ਜਾਣ ਦੀ ਲੋੜ ਤੁਸੀਂ ਜਿਹੜੀ ਕਹਿ ਰਹੇ ਹੋ ਜੀ। ਦੇਖੋ ਸਿੱਧੂ ਸਾਹਿਬ, ਦੁਨੀਆ ਭਰ ਵਿੱਚ ਸਿੱਖ ਫੈਲਿਆ ਹੋਇਆ, ਅੱਜ ਦੁਨੀਆ ਭਰ ਵਿੱਚ ਫੈਲੇ ਹੋਏ ਸਿੱਖ ਨੇ ਬੜਾ ਸਨਮਾਨ ਸਤਿਕਾਰ ਸੰਸਾਰ ਪੱਧਰ ਤੇ ਕਮਾ ਲਿਆ ਔਰ ਉਹਨਾਂ ਦਾ ਰੁਤਬਾ ਵੀ ਬਹੁਤ ਵੱਡਾ ਹੋਇਆ ਤੇ ਸਾਰੇ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿੱਚ ਉਹਨਾਂ ਦੀ ਪਹੁੰਚ ਵੀ ਬਹੁਤ ਜ਼ਿਆਦਾ ਹੈ। ਤੇ ਲੋੜ ਇਸ ਗੱਲ ਦੀ ਹੈ ਕਿ ਅੱਜ ਸਾਡੀ ਸ਼ਕਤੀ ਜਿਹੜੀ ਹੈ ਉਹਨੂੰ ਕੇਂਦਰਿਤ ਕਰਨ ਦੀ ਜ਼ਰੂਰਤ ਹੈ, ਉਹਨੂੰ ਏਕਤਾ ਦੀ ਲੜੀ ਵਿੱਚ ਪਰੋਣ ਦੀ ਜ਼ਰੂਰਤ ਹੈ। ਜੇ ਅਸੀਂ ਇਸ ਤਰ੍ਹਾਂ ਹੀ ਖਾਮੋਸ਼ ਰਹਾਂਗੇ, ਸਾਡਾ ਤਾਂ ਫਿਰ ਹਾਲ ਇਹ ਹੋ ਜਾਏਗਾ ਕਿ ਬੜੀ ਗੌਰ ਸੇ ਸੁਨ ਰਹਾ ਥਾ ਜ਼ਮਾਨਾ, ਹਮ ਹੀ ਸੋ ਗਏ ਦਾਸਤਾਂ ਕਹਿਤੇ ਕਹਿਤੇ। ਸਾਡੇ ਅੰਦਰ ਗੁਰੂ ਸਾਹਿਬ ਜੀ ਨੇ ਜਦੋਜਹਿਦ ਕਰਨ ਦੀ ਜਿਹੜੀ ਬਖਸ਼ਿਸ਼ ਕੀਤੀ ਹੋਈ ਹੈ, ਸਾਨੂੰ ਉਸ ਵਿਰਾਸਤ ਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ। ਇੱਕ ਗੱਲ ਮੈਂ ਹੋਰ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਅੱਜ ਦੀ ਇਹ ਸ਼ਤਾਬਦੀ ਦੇ ਸਮੇਂ ਦੇ ਦਰਮਿਆਨ 2-3 ਅਖਬਾਰ ਜਿਹੜੇ ਨੇ, ਖਾਸ ਕਰਕੇ ਪੰਜਾਬੀ ਟ੍ਰਿਬਿਊਨ ਤੇ ਪੰਜਾਬੀ ਦਾ ਇੱਕ ਪਹਿਰੇਦਾਰ ਅਖਬਾਰ, ਜਿਸ ਕਿਸਮ ਦੇ ਆਰਟੀਕਲ ਲਿਖ ਕੇ ਉਹਨਾਂ ਨੇ ਲਗਾਤਾਰ ਇਸ ਸਾਕੇ ਨੂੰ ਹਾਈਲਾਈਟ ਕਰਨ ਦਾ ਯਤਨ ਕੀਤਾ, ਦੁਨੀਆ ਭਰ ਵਿੱਚ ਪਹੁੰਚਾਇਆ, ਮੈਂ ਉਹਨਾਂ ਦੀ ਇਸ ਗੱਲੋਂ ਭਰਪੂਰ ਪ੍ਰਸ਼ੰਸਾ ਕਰਦਾ। ਇਹ ਇੱਕ ਬਹੁਤ ਅੱਛੀ ਗੱਲ ਹੋਈ ਹੈ। ਲੇਕਿਨ ਜੋ ਹਮਲਾ ਸਰਕਾਰ ਨੇ ਕੀਤਾ, ਉਸ ਹਮਲੇ ਦਾ ਸੰਸਾਰ ਪੱਧਰ ਦੇ ਸਿੱਖਾਂ ਨੂੰ, ਮਾਈਨੋਰਿਟੀ ਨੂੰ, ਘੱਟ ਗਿਣਤੀ ਨੂੰ, ਇਕੱਲੇ ਸਿੱਖਾਂ ਨੂੰ ਹੀ ਨਹੀਂ,
ਬਲਕਿ ਮੁਸਲਮਾਨਾਂ ਨੂੰ, ਜੈਨੀਆਂ ਨੂੰ, ਬੋਧੀਆਂ ਨੂੰ, ਸਾਰਿਆਂ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਹੈ ਔਰ ਸਰਕਾਰ ਦੀ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਨੀ ਚਾਹੀਦੀ ਹੈ। ਪਰ ਫੈਸਲਾ ਕਰਨ ਦੇ ਲਈ ਸ਼੍ਰੀ ਅਕਾਲ ਤਖਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਰੰਟ ਤੇ ਆਉਣਾ ਹੀ ਚਾਹੀਦਾ। ਜੀ ਜੀ पंजाबी साहब, बहुत अहम ते नाजुक मामला है। मैं जवाब जरूर तुहाडे तो एक सवाल होर लै रहा है। बीबी जगीर कौर SGPC के प्रधान ने फैसला लेना बनता है, अगले कुछ दिनों च फैसला लेंदे आ, सही गल होएगी। पर जे नहीं लेंदे तां तुसीं एक बहुत जाने पछाणे चेहरे हो, श्रोमणी गुरुद्वारा प्रबंधक कमेटी लंबे समय तो सेवा निभा रहे हो। की तुसीं श्रोमणी गुरुद्वारा प्रबंधक कमेटी के सीनियर मैंबर होने के नाते जां तुहाडे वर्गे होर जिहड़े सिंह साहिबान होणगे ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਨਗੇ ਕਿ ਹੁਣ ਤੁਸੀਂ ਅੱਗੇ ਆਓ, ਕਨਵੈਨਸ਼ਨ ਜਾਂ ਕੋਈ ਇਦਾਂ ਦਾ ਪੰਥ ਇਕੱਠ ਸੱਦੋ ਅੰਮ੍ਰਿਤਸਰ 'ਚ। ਦੇਖੋ ਜੀ ਸਿੱਧੂ ਸਾਹਿਬ, ਮੈਂ ਪਹਿਲੀ ਚਿੱਠੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਲਿਖੀ ਹੈ, ਉਹਨਾਂ ਦਾ ਜਵਾਬ ਉਡੀਕਾਂਗੇ 2-4 ਦਿਨ। ਉਸ ਤੋਂ ਬਾਅਦ ਇੱਕ ਲੈਟਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਲਿਖਾਂਗੇ ਔਰ ਉਹਨਾਂ ਕੋਲੋਂ ਮੰਗ ਕਰਾਂਗੇ ਕਿ ਉਹ ਆਪ ਅਗਵਾਈ ਕਰਨ। ਜੋ ਹਮਲਾ ਭਾਰਤ ਦੀ ਸਰਕਾਰ ਨੇ ਕੀਤਾ ਉਹਦੇ ਵਿਰੋਧ ਵਿੱਚ ਪੰਥ ਨੂੰ ਇਕੱਠਾ ਕਰਨ ਲਈ, ਪੰਥਕ ਸ਼ਕਤੀ ਮਜ਼ਬੂਤ ਕਰਨ ਲਈ, ਪੰਥਕ ਏਕਤਾ ਲਈ ਉਹ ਅੱਗੇ ਆਉਣ ਫਰੰਟ ਦੇ ਉੱਤੇ ਤੇ ਪੰਥ ਨੂੰ ਇਕੱਠਾ ਕਰਨ। ਇਹ ਚਿੱਠੀ ਉਹਨਾਂ ਨੂੰ ਜਲਦੀ ਮੈਂ ਲਿਖਾਂਗਾ, ਇੱਕ ਜ਼ਰੂਰੀ ਹੈ। पंजाबी साहब, समा भी नहीं है पर सवाल इन्ने है कि एक सवाल तुहाडे कोलों होर लेना बनता है। अमरिंदर जी ने कही सी गल इस करके भी बनता है, वैसे भी पंजाबी जिहड़े दर्शक सुन रहे हैं उन्होंने मनां 'च भी ये सवाल उठ रहा होएगा। वो है उन्होंने कहा कि श्रोमणी अकाली दल का प्रधान इस मामले ते चुप क्यों है? ਸਿੱਧੂ ਸਾਹਿਬ, ਮੈਂ ਪਹਿਲਾਂ ਬੋਲਣ ਲੱਗੇ ਕਿਹਾ ਸੀ ਕਿ ਅੱਜ ਵੱਖ-ਵੱਖ ਅਖਬਾਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੱਲ ਗੁਰਦਾਸਪੁਰ ਵਿੱਚ ਬੋਲਦਿਆਂ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਇਹ ਹਮਲਾ ਹੈ ਸਿੱਖੀ ਦੇ ਉੱਤੇ। ਬਹੁਤ ਸਾਰੇ ਅਖਬਾਰਾਂ ਵਿੱਚ ਇਹ ਖਬਰਾਂ ਛਪ ਚੁੱਕੀਆਂ ਨੇ, ਉਹ ਬੋਲ ਚੁੱਕੇ ਨੇ, ਆਪਣੀ ਗੱਲ ਕਹਿ ਚੁੱਕੇ ਨੇ। ਲੇਕਿਨ ਮੈਂ ਇਹ ਸਮਝਦਾ ਕਿ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨੇ, ਉਹਨਾਂ ਨੂੰ ਭਾਰਤ ਦੀ ਪਾਰਲੀਮੈਂਟ ਦੇ ਅੰਦਰ ਵੀ ਇਸ ਇਸ਼ੂ ਨੂੰ ਉਠਾਉਣਾ ਚਾਹੀਦਾ, ਰਾਜ ਸਭਾ ਦੇ ਮੈਂਬਰਾਂ ਨੂੰ ਉਠਾਉਣਾ ਚਾਹੀਦਾ, ਪੰਜਾਬ ਦੀ ਅਸੈਂਬਲੀ ਦੇ ਵਿੱਚ ਵੀ ਇਹਦਾ ਨਿੰਦਾ ਪ੍ਰਸਤਾਵ ਦਾ ਮਤਾ ਪਾਉਣਾ ਚਾਹੀਦਾ। ਤੇ ਜਿੱਥੇ ਵੀ ਕਿਤੇ ਸਿੱਖ ਬੈਠੇ ਨੇ, ਦੁਨੀਆ ਭਰ ਵਿੱਚ ਸਿੱਖਾਂ ਨੂੰ ਵੀ ਨਿੰਦਾ ਪ੍ਰਸਤਾਵ ਦੇ ਮਤੇ ਪਾਉਣੇ ਚਾਹੀਦੇ ਨੇ। ਇਹ ਲਹਿਰ ਖੜੀ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੀ ਕੱਲ ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਹੈ ਤੇ ਆਉਣ ਵਾਲੀ ਕੱਲ ਇਹ ਲੀਹ ਨਾ ਪੈ ਜਾਵੇ, ਉਹਨੂੰ ਰੋਕਣ ਲਈ ਯਤਨ ਕਰਨੇ ਚਾਹੀਦੇ। ਓਕੇ, ਥੈਂਕ ਯੂ पंजाबी साहब, ਤੁਹਾਡਾ ਵਿਊ ਪੁਆਇੰਟ ਆ ਗਿਆ ਬੜੀ ਚੰਗੀ ਤਰ੍ਹਾਂ। ਅਮਰਿੰਦਰ ਜੀ, ਤੁਸੀਂ पंजाबी साहब ਦੇ ਇਸ ਮੁੱਦੇ ਤੇ ਵਿਚਾਰ ਸੁਣ ਹੀ ਲਏ ਹੈ, ਪਰ ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਉਹ ਅਪੀਲ ਕਰਨਗੇ ਜੇ ਗੱਲ ਜਿਹੜੀ SGPC ਤੱਕ ਸੀਮਤ ਨਹੀਂ ਰਹੇਗੀ ਕਿ ਉਹ ਅੱਗੇ ਆਉਣ ਤੇ ਪੰਥਕ ਇਕੱਠ ਜਾਂ ਕਨਵੈਨਸ਼ਨ ਸੱਦਣ। ਦੇਖੋ ਸਿੱਧੂ ਸਾਹਿਬ, ਇਹਨਾਂ ਨੇ ਪ੍ਰਾਇੋਰਟੀ ਦਿੱਤੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ। ਪਹਿਲਾਂ ਇਹਨਾਂ ਨੇ ਚਿੱਠੀ ਪਾਈ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ, ਤੇ ਮੈਨੂੰ ਔਰ ਸਾਰੀ ਸੰਗਤ ਨੂੰ ਦੱਸ ਰਿਹਾ ਕਿ ਸ਼੍ਰੋਮਣੀ ਕਮੇਟੀ ਦੇ ਕੀ ਫਰਜ਼ ਹੈ ਤੇ ਕਿਸ ਲਈ ਬਣੀ ਹੈ ਤੇ ਕੀ ਉਹਨਾਂ ਦੀਆਂ ਡਿਊਟੀਆਂ ਹੈਗੀਆਂ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਿਆਦਾ, ਉਸ ਦੀ ਮਤਲਬ ਚੜ੍ਹਦੀ ਕਲਾ ਦੀ ਹਿਫਾਜ਼ਤ ਕਰਨਾ ਸ਼੍ਰੋਮਣੀ ਕਮੇਟੀ ਦਾ ਮੁੱਢਲਾ ਫਰਜ਼ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਖੁਰਦ ਬੁਰਦਗੀ ਸ਼੍ਰੋਮਣੀ ਕਮੇਟੀ ਨਹੀਂ ਕਰਦੀ। ਉਹਦੇ ਬਾਰੇ ਦੱਸਣ ਇਹ ਕਿ ਬਈ ਇਹ ਮਤਲਬ ਕਿ ਕਿੰਨੇ ਕੁ ਸੁਹਿਰਦ ਹੈ ਆਪਣੇ ਮਸਲੇ ਦੇ ਉੱਪਰ। ਦੂਸਰੀ ਗੱਲ ਇਹ ਹੈ ਕਿ ਬਈ ਜਿਹੜੀ ਕਰੋਨਾ ਦੀ ਇਹ ਕਹਿ ਰਿਹਾ ਕਿ ਭਾਰਤ ਸਾਡਾ ਹੈਗਾ, ਮੈਂ ਪੁੱਛਣਾ ਚਾਹੁੰਦਾ ਕਿ ਇਸੇ ਭਾਰਤ ਨੇ ਨਵੰਬਰ ਦੇ ਵਿੱਚ ਕਰੋਨਾ ਦੇ ਵਿੱਚ ਜੱਥਾ ਭੇਜਤਾ ਸੀ। ਕਰੋਨਾ ਨੂੰ ਤਾਂ ਸਾਲ ਹੋ ਗਿਆ, ਲੇਕਿਨ ਨਵੰਬਰ ਵਾਲਾ ਜੱਥਾ ਗਿਆ। ਸੋ ਕਰੋਨੇ ਵਾਲੀ ਜਿਹੜੀ ਗੱਲ ਹੈ ਉਹ ਹੋਲਡ ਨਹੀਂ ਕਰਦੀ। ਹਕੀਕਤ ਇਹ ਹੈ ਕਿ ਸਾਨੂੰ ਉਹਨਾਂ ਦੀ ਸੋਚ ਤੇ ਗੌਰ ਕਰਨਾ ਪਏਗਾ ਕਿ ਜਿਹੜਾ ਨਰੈਣੂ ਮਹੰਤ ਹੈ, ਜਿਹੜਾ ਉੱਥੇ ਕਾਬਜ਼ ਸੀਗਾ, ਉਹ ਕੌਣ ਸੀ? ਉਹ ਕੇਸਾਧਾਰੀ ਹਿੰਦੂ ਸੀ, ਉਦਾਸੀਨ ਸੀ, ਨਿਰਮਲਾ ਸੀ? ਉਹਦੀ ਸੋਚ RSS ਨਾਲ ਮਿਲਦੀ ਸੀ ਜਾਂ ਨਹੀਂ ਮਿਲਦੀ ਸੀ? ਉਹ ਕੀ ਬੰਦਾ ਸੀ? ਕਿਉਂਕਿ ਉਹ ਉਸ ਥਾਟ ਪ੍ਰੋਸੈਸ ਦੀ ਗੱਲ ਹੈ। ਅਸੀਂ ਉਹਨਾਂ ਦੇ ਵਿਰੋਧ 'ਚ ਖੜੇ ਹਾਂ, ਉਹ ਨਰੈਣੂ ਮਹੰਤ ਨਾਲ ਖੜੇ ਆ। ਉਹ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਤੇ ਲੱਗੇ ਹੋਏ ਆ ਤੇ ਉਹ ਉਹਨਾਂ ਦਾ ਕਬਜ਼ਾ ਸੀ ਗੁਰਦੁਆਰਿਆਂ ਤੇ। ਉਸ ਕਬਜ਼ੇ ਨੂੰ ਉਸ ਸਮੇਂ ਦੇ ਸਿੱਖਾਂ ਨੇ, ਸਾਡੇ ਵਡੇਰਿਆਂ ਨੇ ਖੋਹ ਕੇ ਸ਼੍ਰੋਮਣੀ ਕਮੇਟੀ ਬਣਾਈ। ਤੇ ਜਦੋਂ ਸਾਡਾ ਟਕਰਾਈ ਐਸੇ ਬੰਦੇ ਨਾਲ ਹੋ ਗਿਆ ਕਿ ਜਿਹੜਾ ਕੇਸਾਧਾਰੀ ਹਿੰਦੂ ਬਣ ਰਹੇ ਆ, ਆਪਣੇ ਆਪ ਨੂੰ ਨਿਰਮਲੇ ਆ, ਉਦਾਸੀਨ ਹੈ, ਹੋਰ ਜਿਹੜੇ ਸੈਕਟਸ ਹੈਗੇ ਆ ਜਿਹੜੇ ਕਿ ਸਿੱਖਾਂ ਦੀ ਆਜ਼ਾਦ ਜਿਹੜੀ ਹਸਤੀ ਆ ਉਸ ਨੂੰ ਉਹ ਨਹੀਂ ਬਰਦਾਸ਼ਤ ਕਰ ਰਹੇ। ਸੋ ਉਹਨਾਂ ਕੋਲੋਂ ਅਸੀਂ ਮੰਗ ਕਰ ਰਹੇ ਹਾਂ, ਅਸੀਂ ਕਹਿ ਰਹੇ ਹਾਂ ਕਿ ਜੀ ਭਾਰਤ ਸਰਕਾਰ ਸਾਨੂੰ ਉਹ ਦੇਵੇ। ਭਾਰਤ ਸਰਕਾਰ ਤਾਂ ਨਰੈਣੂ ਮਹੰਤ ਨਾਲ ਖੜੀ ਹੈ, ਉਹਨਾਂ ਦੀ ਆਈਡੀਓਲੋਜੀ ਉੱਥੇ ਖੜੀ ਹੈ।
ਸੋ ਇਹ ਜਿਹੜਾ ਕਨਫਲਿਕਟ ਹੈ ਸਾਨੂੰ ਆਪ ਹੀ ਕਲੀਅਰ ਨਹੀਂ ਹੋ ਰਿਹਾ ਕਿ ਅਸੀਂ ਕਰਨਾ ਕੀ ਚਾਹ ਰਹੇ ਹਾਂ। ਸਾਨੂੰ ਅਸੀਂ ਐਵੇਂ ਹੀ ਹਨੇਰੇ 'ਚ ਤੀਰ ਛੱਡੀ ਜਾ ਰਹੇ ਹਾਂ। ਉਹ ਸਾਡੀ ਜਿਹੜੀ ਥਾਟ ਹੈ ਉਹਨੂੰ ਕਲੀਅਰ ਕਰੀਏ ਤੇ ਸੰਗਤ ਨੂੰ ਉਸ ਹਿਸਾਬ ਨਾਲ ਡਾਇਰੈਕਸ਼ਨ ਦਈਏ। ਖਾਲੀ ਆਪਾਂ ਬਿਆਨਬਾਜ਼ੀਆਂ ਨਾਲ ਗੱਲ ਨਹੀਂ ਬਣਨੀ। ਹਾਂਜੀ, ਮੇਰਾ ਇਹ ਕਹਿਣਾ। ਮਿਹਰਬਾਨੀ ਡਾਕਟਰ ਹੋਤਾ ਪੰਜੋਲੀ ਜੀ ਨੇ ਜਿਹੜੇ ਕਮੈਂਟਸ ਕੀਤੇ ਆ, ਉਹਨਾਂ ਨੇ ਘੱਟ ਗਿਣਤੀਆਂ ਦੀ ਗੱਲ ਵੀ ਕੀਤੀ ਹੈ। ਜੋ ਕੁਝ ਹੁਣ ਵਰਤਾਰਾ ਹੋਇਆ ਹੈ ਘੱਟ ਗਿਣਤੀਆਂ 'ਚ ਦੇਸ਼ 'ਚ ਪਹਿਲੀ ਵਾਰੀ ਇਦਾਂ ਦਾ ਵਰਤਾਰਾ ਨਹੀਂ ਹੋਇਆ। ਪੰਜੋਲੀ ਸਾਹਿਬ ਨੇ ਖੁਦ ਵੀ ਕਿਹਾ ਕਿ ਇਸ ਤੋਂ ਪਹਿਲਾਂ ਵੀ ਘੱਟ ਗਿਣਤੀਆਂ ਨਾਲ ਇਸ ਤਰ੍ਹਾਂ ਦੇ ਵਰਤਾਰੇ ਬਹੁ ਗਿਣਤੀ ਨੂੰ ਖੁਸ਼ ਕਰਨ ਲਈ, ਸਤਾ ਹਾਸਲ ਕਰਨ ਲਈ ਵਾਪਰਦੇ ਰਹੇ ਹੈ। ਜੇ ਕਿਧਰੇ ਅਕਾਲੀ ਦਲ ਪਹਿਲਾਂ ਹੀ ਘੱਟ ਗਿਣਤੀਆਂ ਦੇ ਹੱਕ 'ਚ ਬੋਲਦਾ ਹੁੰਦਾ, ਸਟੈਂਡ ਲੈਂਦਾ, ਤਾਂ ਸ਼ਾਇਦ ਅੱਜ ਦੇ ਦਿਨ ਤੇ ਆਪਾਂ ਨੂੰ ਇਹ ਡਿਬੇਟ ਨਾ ਕਰਨੀ ਪੈਂਦੀ। ਜੀ ਬਹੁਤ ਖੂਬ। ਦੇਖੋ ਜਿਹੜਾ ਮੈਂ 2 ਮਿੰਟ ਪਿੱਛੇ ਨੂੰ ਫਿਰ ਜਾਵਾਂਗੀ ਕਿ ਜਿਹੜਾ 20ਵੀਂ ਸਦੀ ਦਾ ਜਿਹੜਾ ਪਗੜੀ ਸੰਭਾਲ ਜੱਟਾ ਲਹਿਰ ਸੀ, ਉਹ ਤੋਂ ਬਾਅਦ ਗਦਰ ਲਹਿਰ ਸੀ, ਫਿਰ ਜਲਿਆਂਵਾਲਾ ਬਾਗ ਦਾ ਸਾਕਾ ਸੀ। ਉਸ ਤੋਂ ਬਾਅਦ ਜਿਹੜਾ 5 ਸਾਲ ਦਾ ਜਿਹੜਾ ਮਿਥਿਆ ਗਿਆ ਸੀ ਕਿ ਇਤਿਹਾਸਕ ਗੁਰਦੁਆਰਿਆਂ ਨੂੰ ਜਿਹੜਾ ਹੈਗਾ ਮਹੰਤਾਂ ਦੇ ਕਬਜ਼ੇ ਤੋਂ ਛਡਾਉਣਾ ਔਰ ਅੰਗਰੇਜ਼ੀ ਹਕੂਮਤ ਨੂੰ ਵੀ ਨੱਥ ਪਾਉਣਾ। ਉਸ ਸਮੇਂ ਦਾ ਜਿਹੜਾ ਸੰਘਰਸ਼ ਸੀਗਾ ਉਸ ਨੇ ਅੰਗਰੇਜ਼ ਹਕੂਮਤ ਨੂੰ ਝੁਕਾ ਕੇ ਰੱਖ ਦਿੱਤਾ ਸੀ। ਹੁਣ ਤੁਹਾਡਾ ਜਿਹੜਾ ਸਵਾਲ ਹੈਗਾ ਉਹਦੇ ਜਵਾਬ ਵਿੱਚ ਮੈਂ ਕਹਿਣਾ ਚਾਹੂੰਗੀ ਕਿ ਜਿਹੜਾ ਸ਼ਹੀਦਾਂ ਨੇ ਉਸ ਵੇਲੇ ਉਸ ਸਥਾਨ ਤੇ ਸ਼ਹੀਦੀਆਂ ਦੇ ਕੇ ਖੂਨ ਡੋਲਿਆ, ਉਹਦੇ ਨਾਲ ਮਹੰਤਾਂ ਦੇ ਜਿਹੜਾ ਕੁਕਰਮਾਂ ਨੂੰ ਧੋਇਆ ਗਿਆ ਸੀ। ਔਰ ਉਹ ਸ਼ਹੀਦਾਂ ਦੀਆਂ ਭੈਣਾਂ ਨੇ ਇਹ ਕਿਹਾ ਸੀਗਾ ਕਿ ਸਾਨੂੰ ਰੋਣਾ ਇਸ ਗੱਲ ਦਾ ਨਹੀਂ ਕਿ ਸਾਡੇ ਭਰਾ ਸ਼ਹੀਦ ਹੋ ਗਏ, ਅਸੀਂ ਖੁਸ਼ ਹਾਂ ਕਿ ਉਹ ਅਕੀਦੇ ਦੀ ਖਾਤਰ ਆਪਣੇ ਉਹਦੇ ਖਾਤਰ ਆਪਣੇ ਨਿਯਮ ਦੀ ਖਾਤਰ ਸ਼ਹੀਦ ਹੋਏ ਨੇ। ਸਾਨੂੰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਉਹਨਾਂ ਨੂੰ ਸ਼ਹੀਦੀ ਦਾ ਗਾਨਾ ਨਹੀਂ ਪਹਿਚਾਨ ਸਕੇ। ਸੋ ਇਸ ਕਰਕੇ ਜਿਹੜਾ ਇਹ ਅੱਜ ਦੇ ਜਿਹੜਾ ਵਰਤਾਰਾ ਵਰਤਿਆ ਉਹਦੇ ਨਾਲ ਬਿਲਕੁਲ ਮੇਲ ਖਾਂਦਾ ਹੈਗਾ ਕਿ ਜਦੋਂ ਇਨਸਾਨ ਜਿਹੜਾ ਕੌਨਸ਼ੀਅਸ ਪੀਪਲਸ ਨੇ ਉਹਨਾਂ ਨੂੰ ਸਾਈਡਲਾਈਨ ਕੀਤਾ ਜਾਏਗਾ ਤਾਂ ਐਵੇਂ ਦੀਆਂ ਗੱਲਾਂ ਉੱਠਣਗੀਆਂ, ਇਹੋ ਜਿਹੀਆਂ ਬੇਨਜ਼ਮੀਆਂ, ਇਹੋ ਜਿਹੇ ਜਿਹੜੇ ਵਾਈ ਹੱਥ ਹਰਕਤਾਂ ਨੇ ਸਰਕਾਰਾਂ ਦੀਆਂ, ਔਰ ਜਿਹੜੇ ਆਦਮੀ ਦੇ ਹਿਰਦੇ ਨੂੰ ਬਲੂੰਦਰ ਵਾਲੀਆਂ, ਜਿਸ ਤਰ੍ਹਾਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਸੀ, ਉਸੇ ਤਰ੍ਹਾਂ ਕਿਸਾਨੀ ਸੰਘਰਸ਼ ਜੋ ਚੱਲ ਰਿਹਾ ਹੈ, ਇਸ ਨੂੰ ਤੁਸੀਂ ਦਰਕਰਾਰ ਨਹੀਂ ਕਰ ਸਕਦੇ ਕਿ ਇਹ ਨਿਯਮਾਂ ਅਧੀਨ ਸਭ ਕੁਝ ਰੋਕਿਆ ਜਾ ਰਿਹਾ ਹੈ ਕਿ ਹੁੱਕਾ ਪਾਣੀ ਉਹਨਾਂ ਦਾ ਕਿਸੇ ਕਾਨੂੰਨ ਦੇ ਤਹਿਤ ਰੋਕਿਆ ਜਾ ਸਕਦਾ ਹੈ ਕਿ ਪ੍ਰੋਟੈਸਟ ਕਰਨਾ ਕਾਨੂੰਨੀ ਹੱਕ ਨਹੀਂ ਹੈ ਕਿ ਸ਼ਾਂਤਮਈ ਆਪਣੇ ਹੱਕਾਂ ਦੀ ਖਾਤਰ ਆਵਾਜ਼ ਉਠਾਉਣਾ ਉਹਨਾਂ ਦੇ ਵਾਸਤੇ ਅਧਰਮ ਹੈ, ਪਾਪ ਹੈ। ਸੋ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿ ਜਿਹੜੇ ਸਾਡੇ ਲੀਡਰ ਨੇ, ਜਿਹੜੇ ਵੀ ਸਾਡੇ ਅੱਜ ਤੱਕ ਰਾਜ ਕਰਦੇ ਰਹੇ ਨੇ, ਜਿਹੜੇ ਕਿ ਪੰਥ ਦੇ ਜਿਹੜੇ ਕਹਿੰਦੇ ਨੇ ਅਗਵਾਊ, ਆਪਣੇ ਆਪ ਨੂੰ ਅਗਵਾਈ ਕਰਨ ਵਾਲੇ ਕਹਿੰਦੇ ਰਹੇ ਨੇ, ਔਰ ਅੱਜ ਵੀ ਕਹਿ ਰਹੇ ਨੇ, ਇਸ ਮੰਚ ਤੋਂ ਵੀ ਕਹਿ ਰਹੇ ਨੇ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਉਹ ਆਪਣਾ ਸਾਰਾ ਡੰਡਾ ਡੇਰਾ ਚੱਕ ਕੇ ਉੱਥੇ ਪਹੁੰਚਣ ਕਿ ਹੂ ਆਰ ਯੂ, ਅੰਡਰ ਵਾਟ ਕਨਸਟੀਟਿਊਸ਼ਨ, ਅੰਡਰ ਵਾਟ ਪ੍ਰੋਵੀਜ਼ਨਸ ਆਫ ਦਾ ਕਨਸਟੀਟਿਊਸ਼ਨ ਯੂ ਹੈਵ ਸਟਾਪਡ ਇਟ। ਇਸ ਤਰ੍ਹਾਂ ਤਾਂ ਅਗਰ ਅਸੀਂ ਰੋਜ਼ ਸਹਿੰਦੇ ਜਾਵਾਂਗੇ, ਇੱਕ ਦੂਸਰੇ ਨੂੰ ਬਲੇਮ ਕਰਦੇ ਜਾਵਾਂਗੇ, ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਹੋਵਾਂਗੇ, ਤਾਂ ਉਹ ਦਿਨ ਦੂਰ ਨਹੀਂ ਕਿ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਨੂੰ ਰੋਟੀ ਪਾਣੀ ਦਾਲ ਸਬਜ਼ੀ ਰੱਖਣ ਲਈ ਪੁੱਛਣਾ ਪਏਗਾ ਕਿ ਕਿਹੜੇ ਸਟੇਟ ਦੀ ਉਗਾਈ ਸਬਜ਼ੀ ਅਸੀਂ ਖਾਈਏ, ਕਿਸ ਨੂੰ ਦਈਏ, ਕਿਸ ਨੂੰ ਨਾ ਦਈਏ। ਅਗਰ ਮੁੜ ਕੇ ਗੁਲਾਮ ਹੋਣ ਦੀ ਸਥਿਤੀ ਵਿੱਚ ਅਸੀਂ ਆ ਗਏ ਹਾਂ ਤੇ ਉਹਦੇ ਵਾਸਤੇ ਕੋਈ ਆਪਣੇ ਆਪ ਨੂੰ ਘੱਟ ਜ਼ਿੰਮੇਵਾਰ ਨਹੀਂ ਕਹਿ ਸਕਦਾ। ਪਹਿਲੀ ਸ਼੍ਰੋਮਣੀ ਕਮੇਟੀ, ਅੱਜ ਦੀ ਕਮੇਟੀ ਜਾਂ ਆਉਣ ਵਾਲੇ ਜਿਹੜੇ ਸਮੇਂ ਨੇ, ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਉਸ ਨੂੰ ਅੱਛਾ ਕਰ ਲਵਾਂਗੇ, ਸਾਰਿਆਂ ਦੇ ਉੱਪਰ ਐਜ਼ ਐਨ ਐਕੈਡਮਿਸ਼ੀਅਨ, ਐਜ਼ ਏ ਸੈਂਸਿਬਲ ਸਿਟੀਜ਼ਨ ਆਫ ਦਿਸ ਕੰਟਰੀ ਐਂਡ ਆਫ ਦਿਸ ਨੇਸ਼ਨ ਐਂਡ ਏ ਸਿੱਖ, ਮੈਂ ਇਹ ਮਹਿਸੂਸ ਕਰਦੀ ਹਾਂ ਕਿ ਇਹ ਸਾਰਿਆਂ ਨੂੰ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਬਣਦਾ ਹੈਗਾ। ਇਸ ਮੰਚ ਤੋਂ ਹੋਰ ਮੰਚ ਤੋਂ ਕੋਈ ਜ਼ਿੰਮੇਵਾਰ ਨਹੀਂ ਹੋ ਸਕਦਾ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ। ਪੰਜੋਲੀ ਸਾਹਿਬ, ਡਾਕਟਰ ਸੋਹਤਾ ਨੇ ਜਿਹੜਾ ਸਵਾਲ ਲਿਆਂਦਾ ਹੈ, ਬਿਲਕੁਲ ਇਹ ਗੱਲ ਵੀ ਉੱਠ ਰਹੀ ਹੈ, ਆਪਾਂ ਇਸ ਮਾਮਲੇ ਤੇ ਵੀ ਬਣਦੀ ਹੈ ਗੱਲ ਕਰਨੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨੀ ਅੰਦੋਲਨ ਨੂੰ, ਕਿਉਂਕਿ ਸਿੱਖ ਭਾਈਚਾਰੇ ਦੀ ਬਹੁਤ ਵੱਡੀ ਹਮਾਇਤ ਹੈ, ਹਮਾਇਤ ਕੀ ਆਧਾਰ ਹੈ ਜਿਹੜਾ ਹੈਗਾ, ਕਿਸੇ ਇਸ ਵਜ੍ਹਾ ਕਰਕੇ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਸਬਕ ਸਿਖਾਉਣ ਲਈ ਜਾਂ ਸੁਨੇਹਾ ਦੇਣ ਲਈ ਕਿ ਜੇ ਤੁਸੀਂ ਇਦਾਂ ਕਰੋਗੇ ਤਾਂ ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਹਾਂ। ਇਹ ਵੀ ਇੱਕ ਵਜ੍ਹਾ ਪੰਜੋਲੀ ਜੀ ਨਜ਼ਰ ਆ ਰਹੀ ਹੈ। ਦੇਖੋ ਸਿੱਧੂ ਸਾਹਿਬ, ਮੈਂ ਪਹਿਲਾਂ ਵੀ ਕਹਿ ਚੁੱਕਿਆ, ਬਹੁ ਗਿਣਤੀ ਮਾਈਨੋਰਿਟੀ ਨੂੰ ਦਬਾ ਕੇ, ਉਹਨਾਂ ਦੇ ਸਿਧਾਂਤਾਂ ਤੇ ਹਮਲਾ ਕਰਕੇ, ਉਹਨਾਂ ਦੀ ਵਿਰਾਸਤ ਨੂੰ ਕੁਚਲ ਕੇ, ਬਹੁ ਗਿਣਤੀ ਨੂੰ ਖੁਸ਼ ਕਰਕੇ ਸੱਤਾ ਤੇ ਸਦੀਵੀ ਕਾਬਜ਼ ਰਹਿਣਾ ਚਾਹੁੰਦੀ ਹੈ।
ਇਹਦਾ ਜਵਾਬ ਜਿਹੜਾ ਹੈ ਮੈਂ ਉਹਦੇ ਲਈ ਇਹ ਸਮਝਦਾ ਕਿ ਅੱਜ ਹਿੰਦੁਸਤਾਨ ਦੇ ਅੰਦਰ ਘੱਟ ਗਿਣਤੀ ਕੌਮਾਂ ਜਿਹੜੀਆਂ ਨੇ ਉਹ ਲਗਭਗ ਉੱਠ ਰਹੀਆਂ ਨੇ। ਹਰ ਖੇਤਰ ਵਿੱਚੋਂ, ਹਰ ਖਿੱਤੇ ਵਿੱਚੋਂ ਲੋਕ ਉੱਠ ਰਹੇ ਨੇ। ਯੂਪੀ ਚੋਂ ਉੱਠੇ ਨੇ, ਬਿਹਾਰ ਚੋਂ ਉੱਠੇ ਨੇ, ਬੰਗਾਲ ਚੋਂ ਲੋਕ ਉੱਠੇ ਨੇ, ਥਾਂ ਥਾਂ ਤੋਂ ਲੋਕ ਉੱਠ ਰਹੇ ਨੇ। ਐਸੇ ਸਮੇਂ ਦੇ ਵਿੱਚ ਦੋ ਸ਼ਕਤੀਆਂ ਦਾ ਮੁਕਾਬਲਾ ਕਰਨ ਦੇ ਲਈ, ਇੱਕ ਕਾਂਗਰਸ ਦਾ, ਇੱਕ ਬੀਜੇਪੀ ਦਾ, ਮੈਂ ਸਮਝਦਾ ਵੀ ਖੇਤਰੀ ਪਾਰਟੀਆਂ ਨੂੰ, ਮਾਈਨੋਰਿਟੀ ਨੂੰ ਇਕੱਠੇ ਹੋ ਕੇ ਦੇਸ਼ ਦੀ ਸੱਤਾ ਤੇ ਕਬਜ਼ਾ ਕਰਨ ਦਾ ਯਤਨ ਕਰਨਾ ਚਾਹੀਦਾ ਔਰ ਸ਼ਕਤੀ ਦਾ ਵਿਕੇਂਦਰੀਕਰਨ ਕਰਨ ਦਾ ਯਤਨ ਕਰਨਾ ਚਾਹੀਦਾ। ਮੈਂ ਇੱਕ ਗੱਲ ਆਪ ਜੀ ਦੇ ਰਾਹੀਂ ਕਹਿਣਾ ਚਾਹੁੰਦਾ ਕਿ ਦੁਨੀਆ ਵਿੱਚ ਰਾਜ ਤਾਂ ਬਾਦਸ਼ਾਹੀ ਵੀ ਬਹੁਤ ਮਾੜਾ ਹੈ, ਦੁਨੀਆ ਵਿੱਚ ਰਾਜ ਤਾਂ ਡਿਕਟੇਟਰ ਦਾ ਵੀ ਬਹੁਤ ਮਾੜਾ ਹੈ, ਲੇਕਿਨ ਸਭ ਤੋਂ ਮਾੜਾ ਰਾਜ ਦੁਨੀਆ ਵਿੱਚ ਲੋਕ ਰਾਜ ਹੁੰਦਾ ਜਦੋਂ ਬਹੁ ਗਿਣਤੀ ਦੀ ਸੋਚ ਘੱਟ ਗਿਣਤੀ ਪ੍ਰਤੀ ਫਿਰਕੂ ਹੋ ਜਾਵੇ। ਅੱਜ ਹਿੰਦੁਸਤਾਨ ਦੇ ਅੰਦਰ ਡੈਮੋਕ੍ਰੇਸੀ ਤਾਂ ਹੈ, ਲੇਕਿਨ ਡੈਮੋਕ੍ਰੇਸੀ ਬਹੁ ਗਿਣਤੀ ਨੂੰ ਖੁਸ਼ ਕਰਨ ਤੱਕ ਮਹਦੂਦ ਹੈ, ਘੱਟ ਗਿਣਤੀਆਂ ਨੂੰ ਕੁੱਟ ਕੇ ਬਹੁ ਗਿਣਤੀ ਨੂੰ ਖੁਸ਼ ਕਰਦੀ ਹੈ। ਇਸ ਕਰਕੇ ਇਹੋ ਜਿਹਾ ਰਾਜ ਜਿਹੜਾ ਉਹ ਬਾਦਸ਼ਾਹੀ ਤੇ ਡਿਕਟੇਟਰਸ਼ਿਪ ਰਾਜ ਨਾਲੋਂ ਕਿਤੇ ਵੱਧ ਖਤਰਨਾਕ ਸਾਬਤ ਹੋ ਰਿਹਾ, ਕਿਉਂਕਿ ਉਹਨਾਂ ਨੂੰ ਕਹਿਣ ਦਾ ਮੌਕਾ ਮਿਲਿਆ ਉਹਨਾਂ ਨੂੰ। ਜੀ ਜੀ ਪੰਜੋਲੀ ਜੀ ਇੱਕ ਸਵਾਲ ਜਿਹੜਾ ਵਾਜਬ ਹੈਗਾ ਇਸ ਮੌਕੇ ਤੇ ਜੋ ਤੁਸੀਂ ਇਹ ਗੱਲ ਕਹਿ ਰਹੇ ਹੋ। ਸ਼੍ਰੋਮਣੀ ਅਕਾਲੀ ਦਲ ਦੀ ਵੀ ਅਹਿਮ ਭੂਮਿਕਾ ਹੈ ਜਿਸ ਨੂੰ ਸਾਰੇ ਲੋਕ ਦੇਖ ਰਹੇ ਹੈ। ਪਿਛਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਵੀ ਥਿੜਕਿਆ, ਘੱਟ ਗਿਣਤੀ ਦੇ ਜਦੋਂ ਹਮਲੇ ਹੋਇਆ ਤਾਂ ਜਿਸ ਤਰ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਸੀ ਉਹ ਭੂਮਿਕਾ ਨਹੀਂ ਨਿਭਾਈ ਗਈ। ਕਿਧਰੇ ਇਹ ਵੀ ਵਜ੍ਹਾ ਹੈ ਜਿਹਦੇ ਲਈ ਅੱਜ ਸਾਰੇ ਭੁਗਤ ਰਹੇ ਹੈ। ਦੇਖੋ ਸਿੱਧੂ ਸਾਹਿਬ, ਮੈਂ ਬੜੀ ਵਾਰ ਤੁਹਾਡੇ ਚੈਨਲ ਦੇ ਰਾਹੀਂ ਵੀ, ਫੇਸਬੁੱਕ ਦੇ ਰਾਹੀਂ ਵੀ ਤੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਵੀ ਕਹਿ ਚੁੱਕਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਵਿਰਾਸਤ ਨੂੰ ਸਾਂਭਣ ਦਾ ਯਤਨ ਕਰਨਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਜ਼ਿੰਮੇਵਾਰੀ ਖਾਲਸਾ ਪੰਥ ਦੀ ਅੱਡਰੀ, ਆਜ਼ਾਦ ਤੇ ਨਿਆਰੀ ਹਸਤੀ ਦੀ ਪ੍ਰਤੀਨਿਧਤਾ ਕਰਨ ਦੀ ਜ਼ਰੂਰਤ ਹੈ, ਮਾਈਨੋਰਿਟੀ ਦੇ ਪੱਖ ਵਿੱਚ ਖੜਨ ਦੀ ਜ਼ਰੂਰਤ ਹੈ। ਇਹ ਬਦਕਿਸਮਤੀ ਹੈ ਕਿ ਮੌਜੂਦਾ ਸਮੇਂ ਵਿੱਚ ਇੱਥੋਂ ਲੀਡਰਸ਼ਿਪ ਥਿੜਕੀ ਹੈ ਔਰ ਜਿਹਦਾ ਨਤੀਜਾ ਨਿਕਲਿਆ ਕਿ ਅਸੀਂ ਪੰਜਾਬ ਦੇ ਅੰਦਰ ਪੰਜਾਬ ਦੀ ਅਸੈਂਬਲੀ ਦੀਆਂ 15 ਸੀਟਾਂ ਜਿੱਤ ਸਕੇ। ਪੰਜਾਬ ਦੇ ਵਿੱਚ ਮਿਊਨਿਸਪਲ ਚੋਣਾਂ ਹੋਈਆਂ, ਸਾਨੂੰ ਬੜੀ ਬੁਰੀ ਤਰ੍ਹਾਂ ਸ਼ਿਕਸਤ ਮਿਲੀ ਤੇ ਅੱਜ ਲੇਖਾ ਜੋਖਾ ਕਰਨ ਦੀ ਜ਼ਰੂਰਤ ਹੈ ਸ਼੍ਰੋਮਣੀ ਅਕਾਲੀ ਦਲ ਨੂੰ। ਤੇ ਮੈਂ ਇਹ ਸਮਝਦਾ ਕਿ ਜਿੱਥੇ ਖਾਲਸਾ ਪੰਥ ਦੇ ਸਿਧਾਂਤ, ਉਹਦੀ ਪਰੰਪਰਾ, ਉਹਦੇ ਹੱਕਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਲੜਨਾ, ਪੰਥਕ ਸੰਸਥਾਵਾਂ ਲਈ ਲੜਨਾ, ਉੱਥੇ ਮਾਈਨੋਰਿਟੀ ਪ੍ਰਤੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਡਿਊਟੀ ਬਣਦੀ ਹੈ। ਲੇਕਿਨ ਬਦਕਿਸਮਤੀ ਹੈ ਕਿ ਇਸ ਪਾਸੇ ਹਲੇ ਸੋਚਿਆ ਨਹੀਂ ਜਾ ਰਿਹਾ, ਸੋਚਣ ਦੀ ਜ਼ਰੂਰਤ ਹੈ। ਥੈਂਕ ਯੂ ਵੈਰੀ ਮਚ। ਅਮਰਿੰਦਰ ਜੀ, ਲਾਸਟ ਕਮੈਂਟ ਇਸ ਮੁੱਦੇ ਤੇ। ਘੱਟ ਗਿਣਤੀਆਂ ਦੀ ਸੁਰੱਖਿਆ ਲਈ, ਉਹਨਾਂ ਤੇ ਹੋ ਰਹੇ ਹਮਲੇ ਲਈ ਅਕਾਲੀ ਦਲ ਜਦੋਂ ਥੜਕਿਆ ਤਾਂ ਇਹ ਵਰਤਾਰਾ ਵਾਪਰਿਆ। ਪੰਜੋਲੀ ਜੀ ਕਹਿੰਦੇ ਕਿ ਬਦਕਿਸਮਤੀ ਹੈ, ਇਹਦੇ ਬਾਰੇ ਜਿਹੜਾ ਇਸ ਤਰ੍ਹਾਂ ਦਾ ਸਟੈਂਡ ਨਹੀਂ ਲਿਆ ਗਿਆ। ਦੇਖੋ ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਜਿਹੜੀ ਡਾਕਟਰ ਮਦਨਜੀਤ ਜੀ ਨੇ ਕਹੀ ਹੈ ਕਿ ਬਈ ਕਿਸਾਨਾਂ ਦੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹਦੇ ਕਰਕੇ ਜੱਥਾ ਰੋਕਿਆ ਗਿਆ ਹੈ, ਇਹ ਬਿਲਕੁਲ ਮੈਂ ਇਸ ਗੱਲ ਤੇ ਉੱਪਰ ਇਹਨਾਂ ਦੇ ਨਾਲ ਸਹਿਮਤ ਹਾਂ ਕਿ ਇਹਦਾ ਜਿਹੜਾ ਬੇਸਿਕ ਥਾਟ ਹੈ ਕਿ ਇਹੀ ਹੈ ਕਿ ਵੀ ਕਿਸਾਨਾਂ ਦੀ ਜਿਹੜਾ ਮਤਲਬ ਸਿੱਖਾਂ ਨੂੰ ਮੈਸੇਜ ਦੇਣ ਦੀ ਇੱਕ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਸੀਗੀ ਕਿ ਬਈ ਇਹ ਜਿਹੜਾ ਐਡਾ ਐਗਰੈਸਿਵਲੀ ਕੰਪੇਨ ਕਰ ਰਹੇ ਆ, ਪ੍ਰੋਟੈਸਟ ਕਰ ਰਹੇ ਆ, ਸੋ ਉਸ ਪੱਖੋਂ ਵੀ ਇਹਨਾਂ ਦੀ ਗੱਲ ਦੇ ਵਿੱਚ ਬਹੁਤ ਵਜਨ ਹੈ। ਤੇ ਦੂਜੀ ਗੱਲ ਮੈਂ ਜਿਹੜੀ ਪੰਜੋਲੀ ਸਾਹਿਬ ਨੇ ਕਹੀ ਹੈ ਕਿ ਬਈ ਬਦਕਿਸਮਤੀ ਵਾਲੀ ਗੱਲ ਹੈ। ਬਦਕਿਸਮਤੀ ਖਾਲੀ ਇਹ ਨਹੀਂ ਹੈ ਕਿ ਅਕਾਲੀ ਦਲ ਨੇ ਬਿਟਰੇ ਕੀਤਾ ਸਿੱਖਾਂ ਨੂੰ, ਬਦਕਿਸਮਤੀ ਇਹ ਵੀ ਹੈ ਕਿ ਵੱਡੇ ਵੱਡੇ ਅਕਾਲੀ ਅਜੇ ਵੀ ਅਕਾਲੀ ਦਲ ਨਾਲ ਖੜੇ ਹੈ। ਬਦਕਿਸਮਤੀ ਸਿੱਖਾਂ ਦੀ ਦੋਹਰੀ ਬਦਕਿਸਮਤੀ ਹੈ। ਇੱਕ ਤਾਂ ਬਦਕਿਸਮਤੀ ਹੈ ਹੀ ਹੈ ਕਿ ਵੀ ਅਕਾਲੀ ਦਲ ਨੇ ਸਿੱਖਾਂ ਨੂੰ ਬਿਟਰੇ ਕਰਤਾ ਤੇ ਉਹ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਬੈਠ ਕੇ ਤੇ ਉਧਰੋਂ ਆਨੰਦ ਮਾਣਨ ਲੱਗ ਗਿਆ। ਲੇਕਿਨ ਉਸ ਤੋਂ ਵੀ ਜਿਹੜੀ ਬਦਕਿਸਮਤੀ ਦੇ ਉੱਪਰ ਬਦਕਿਸਮਤੀ ਇਹ ਹੈ ਕਿ ਵੀ ਜਿਹੜੇ ਪੰਥਕ ਮਾਈਂਡ ਦੇ ਜਿਹੜੇ ਅਕਾਲੀ ਆ ਉਹ ਅਜੇ ਵੀ ਅਕਾਲੀ ਦਲ ਨੂੰ ਹੀ ਕਹੀ ਜਾ ਰਹੇ ਕਿ ਤੂੰ ਕੁਝ ਕਰ ਲਾ, ਤੂੰ ਕੁਝ ਕਰ ਲਾ। ਕਹੀ ਜਾਓ, ਆਪਣੇ ਘਰ ਬੈਠ ਕੇ ਕਹੀ ਜਾਓ। ਬਦਕਿਸਮਤੀ ਹੈ ਗੱਲ ਸਿੱਧੂ ਸਾਹਿਬ, ਗਲਤੀ ਬੰਦਿਆਂ ਦੀ ਹੈ, ਅਕਾਲੀ ਦਲ ਦੀ ਗਲਤੀ ਨਹੀਂ ਹੈ। ਤੇ ਬੰਦਿਆਂ ਕਰਕੇ ਅਕਾਲੀ ਦਲ ਨਹੀਂ ਮਾਰਿਆ ਜਾ ਸਕਦਾ, ਸੰਸਥਾ ਨਹੀਂ ਮਾਰੀ ਜਾ ਸਕਦੀ, ਅਕਾਲ ਤਖਤ ਨਹੀਂ ਮਾਰਿਆ ਜਾ ਸਕਦਾ, ਸ਼੍ਰੋਮਣੀ ਕਮੇਟੀ ਨਹੀਂ ਕਮਜ਼ੋਰ ਕੀਤੀ ਜਾ ਸਕਦੀ। ਗਲਤੀ ਬੰਦੇ ਕਰਨ, ਕਸੂਰ ਸੰਸਥਾ ਦਾ ਕਿਵੇਂ ਹੋ ਸਕਦਾ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਨਿਰਾਦਰ ਸਾਡੇ ਸਾਹਮਣੇ ਹੋਇਆ ਉਹ ਬਰਦਾਸ਼ਤ ਕੀਤਾ ਜਾ ਸਕਦਾ ਹੈ। ਮੈਂ ਕਹਿੰਦਾ ਜੀ ਜੋ ਕੁਝ ਵੀ ਹੋ ਰਿਹਾ ਬੰਦੇ ਕਰ ਰਹੇ ਨੇ, ਬੰਦੇ ਕੱਢਣੇ ਚਾਹੀਦੇ ਨੇ। ਜੇ ਤੁਹਾਡੇ ਘਰ ਵਿੱਚ ਚੋਰ ਵੜ ਜਾਣਾ, ਤੁਸੀਂ ਘਰ ਛੱਡ ਕੇ ਚਲੇ ਜਾਓਗੇ? ਤੁਸੀਂ ਚੋਰ ਕੱਢੋਗੇ, ਘਰ ਛੱਡ ਕੇ ਜਾਓਗੇ? ਸੋਤਾ ਜੀ ਚਲੋ ਠੀਕ ਹੈ, ਆਪਣਾ ਵਿਊ ਪੁਆਇੰਟ ਹੈ, ਪਰ ਮੈਂ ਮੰਨਦਾ ਕਿ ਐਸੇ ਬੰਦਿਆਂ ਦੇ ਨਾਲ ਨਹੀਂ ਖੜਨਾ ਚਾਹੀਦਾ।
ਆਪਣੇ ਆਪ ਨੂੰ Okay, thank you. ਪੰਥਕ ਕਹਾਣ ਵਾਲੇ ਬੰਦਿਆਂ ਨੂੰ ਨਹੀਂ ਕਰਨਾ ਚਾਹੀਦਾ। ਬੰਦਿਆਂ ਨਾਲ ਨਹੀਂ ਕਰਨਾ ਚਾਹੀਦਾ, ਸੰਸਥਾਵਾਂ ਨਾਲ ਖੜੇ ਰਹਿਣਾ ਚਾਹੀਦਾ, ਸਿਧਾਂਤ ਨਾਲ ਖੜੇ ਰਹਿਣਾ ਚਾਹੀਦਾ। ਓਕੇ, ਥੈਂਕ ਯੂ। ਡਾਕਟਰ ਸੋਤਾ ਵੀ ਆਪਣਾ ਕਮੈਂਟ ਦੇਣਾ ਚਾਹੁੰਦੇ ਆ। ਡਾਕਟਰ ਸੋਤਾ ਪਲੀਜ਼ ਲਾਸਟ ਕਮੈਂਟ ਇਸ ਡਿਬੇਟ ਦਾ ਤੁਹਾਡੇ ਤੋਂ। ਜੀ मैं ये कहना चाहनी हाँ, सूरा सो पहचानिए जो लरे दीन के हेठ, पुरजा पुरजा कट मरे कबू न छाड़े खेत। उस तो अगे जेड़ा अज दा संदर्भ है, कोई किसी को राज ना दे है, जो ले है निज बल से ले है। जदों भाई दलीप सिंह हुणां नूं, भाई लक्ष्मण सिंह हुणां नूं आगाह कीता गया सी कि तुसी अगे ना जाओ, उन्हां ने ਉਹ ਸੁਣ ਕੇ ਵੀ ਅਣਸੁਣਿਆ ਕੀਤਾ, ਕਿਉਂਕਿ ਉਹਨਾਂ ਨੇ ਅਰਦਾਸ ਕੀਤੀ ਹੋਈ ਸੀ ਸਿੱਧੂ ਸਾਹਿਬ ਕਿ ਅਸੀਂ ਉਸ ਇਤਿਹਾਸਿਕ ਸਥਾਨ ਤੇ ਜਾ ਕੇ ਨਤਮਸਤਕ ਹੋਣਾ ਹੈ। ਉਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਡਰ ਤੋਂ ਭੈ ਤੋਂ ਆਪਣੇ ਆਪ ਨੂੰ ਬਿਲਕੁਲ ਅਵਾਬੋਲ ਰੱਖ ਕੇ ਉਸ ਜੋ ਅਰਦਾਸ ਕੀਤੀ ਸੀ ਉੱਥੇ ਪਹੁੰਚਣ ਲਈ ਕੂਚ ਕੀਤਾ। ਅਗਰ ਸਾਡੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਜਾਂ ਪ੍ਰਬੰਧਕ ਨੇ, ਅਗਰ ਉਹਨਾਂ ਦਾ ਮੋਰਲ ਉਸ ਸੰਦਰਭ ਦੇ ਵੀ ਉੱਚਾ ਸੁੱਚਾ ਅਤੇ ਬਿਲਕੁਲ ਨਿਡਰ ਨਿਰਭੈ ਵਾਲਾ ਹੋਵੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ। ਜੇ ਅੰਗਰੇਜ਼ੀ ਬਰਤਾਨੀਆ ਸਰਕਾਰ ਝੁਕ ਸਕਦੀ ਹੈ ਤੇ ਇਹ ਸਰਕਾਰ ਨੂੰ ਇਹਨਾਂ ਮਨਾਉਣ ਵਿੱਚ ਕਿੰਨਾ ਮੁਸ਼ਕਲ ਕੰਮ ਸੀਗਾ ਕਿ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਜੱਥੇ ਨੂੰ। ਕਿੰਨੀ ਨਮੋਸ਼ੀ ਵਾਲੀ ਗੱਲ ਹੈ, ਕਿੰਨੀ ਦੁਖਾਂਤ ਹੈਗੀ ਹੈ, ਕਿੰਨਾ ਥੈਂਕ ਯੂ ਡਾਕਟਰ ਸਾਹਿਬ। ਦੁਖੀ ਹਿਰਦਾ ਹੋਇਆ ਹੈਗਾ। ਆਮ ਜਨਤਾ ਉਸ ਤੋਂ ਮਾਯੂਸ ਹੋਈ ਹੈ ਔਰ ਉਹਨਾਂ ਦਾ ਵਿਸ਼ਵਾਸ ਜਿਹੜਾ ਹੈਗਾ ਖੇਰੂ ਖੇਰੂ ਹੋਇਆ ਹੈਗਾ। ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਣਦੇਖੀਆਂ ਅਣਸੁਣੀਆਂ ਉਸ ਨੂੰ ਨਹੀਂ ਕਰਨੀਆਂ ਚਾਹੀਦੀਆਂ। ਇਹਨਾਂ ਚੀਜ਼ਾਂ ਦੇ ਸਿੱਧੂ ਸਾਹਿਬ ਬੜੇ ਹੀ ਭਿਆਨਕ ਸਿੱਟੇ ਨਿਕਲਦੇ ਨੇ ਅੱਗੇ ਵਾਸਤੇ ਜਦੋਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਬਰਦਾਸ਼ਤ ਕਰਦੇ ਜਾਂਦੇ ਹੈਗੇ ਹੋ। ਧੰਨਵਾਦ ਡਾਕਟਰ ਸੋਤਾ, ਮਿਹਰਬਾਨੀ। ਇਸ ਅਹਿਮ ਮੁੱਦੇ ਤੇ ਆਉਣ ਲਈ ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ, ਪੰਜੌਲੀ ਸਾਹਿਬ, ਅਮਰਿੰਦਰ ਜੀ, ਡਾਕਟਰ ਸੋਤਾ, ਬਹੁਤ ਬਹੁਤ ਧੰਨਵਾਦੀ ਹਾਂ। ਧੰਨਵਾਦ ਜੀ, ਬਹੁਤ ਬਹੁਤ। ਡਿਬੇਟ ਦੇ ਵਿੱਚ ਆਪੋ ਆਪਣੀ ਰਾਏ ਹੋ ਸਕਦੀ ਹੈ, ਪਰ ਇੱਕ ਗੱਲ ਦੇ ਉੱਤੇ ਜਿਹੜੀ ਸਾਂਝੀ ਰਾਏ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ, ਉਹਨਾਂ ਦੇ ਸਿਦਕ ਦੀ, ਤਾਂ ਉਹਨਾਂ ਅੱਗੇ ਸਾਰਿਆਂ ਦਾ ਹੀ ਸਿਰ ਝੁਕਦਾ, ਨਤਮਸਤਕ ਹੁੰਦੇ ਨੇ। ਪਰ ਇੱਕ ਸੁਨੇਹਾ ਵੀ ਇਹ ਸ਼ਹਾਦਤ ਦਿੰਦੀ ਹੈ ਕਿ ਨਿਆਂ ਲੜਨ ਦੇ ਲਈ, ਨਿਆਂ ਪ੍ਰਾਪਤੀ ਦੇ ਲਈ ਇਹੋ ਇੱਕੋ ਇੱਕ ਰਸਤਾ ਹੈ। ਇਸੇ ਲਈ ਸਾਡੇ ਜਿਹੜੇ ਮਹਿਮਾਨ ਆ ਉਹਨਾਂ ਦੀ ਇੱਕ ਰਾਏ ਹੈ ਕਿ ਵਿਅਕਤੀ ਛੋਟੇ ਹੋ ਸਕਦੇ ਆ, ਸੰਸਥਾਵਾਂ ਨਹੀਂ। ਇਸ ਵੇਲੇ ਸੰਸਥਾਵਾਂ ਨੂੰ ਜ਼ਰੂਰਤ ਹੈ ਅੱਗੇ ਆ ਕੇ ਆਪਣੀ ਵਿਰਾਸਤ ਨੂੰ, ਆਪਣੇ ਵਿਰਸੇ ਨੂੰ, ਜਿਹੜੇ ਚੈਲੰਜ ਹੈ ਉਸ ਚੈਲੰਜ ਨੂੰ ਕਬੂਲ ਕਰਨ ਲਈ, ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਆਪਣੇ ਫਿਰ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।